ਫਿਲਮ ਸਟਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਮਿਸ਼ਨ ਰਾਣੀਗੰਜ, ਜੋ ਇੰਡੀਆ ਦਾ ਸਭ ਤੋਂ ਵੱਡਾ ਇੱਕ ਰੈਸਕਿਊ ਆਪਰੇਸ਼ਨ ਹੋਇਆ ਸੀ, ਜਿਸ ਨੂੰ ਇਹ ਰੈਸਕਿਊ ਅੰਮ੍ਰਿਤਸਰ ਦੇ ਰਹਿਣ ਵਾਲੇ ਇੰਜੀਨੀਅਰ ਸਰਦਾਰ ਜਸਵੰਤ ਸਿੰਘ ਗਿੱਲ ਹੁਣਾਂ ਨੇ ਕੀਤਾ ਸੀ, ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ। ਟ੍ਰੇਲਰ ਆ ਚੁੱਕਾ ਹੈ, 6 ਅਕਤੂਬਰ ਨੂੰ ਇਹ ਫਿਲਮ ਵੀ ਆਏਗੀ। ਪਰ ਇਸ ਦੇ ਨਾਲ ਹੀ ਜਿਹੜੇ ਸਰਦਾਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਨੂੰ ਕੈਪਸੂਲ ਗਿੱਲ ਦੇ ਨਾਂ 'ਤੇ ਵੀ ਜਾਣੇ ਜਾਂਦੇ ਨੇ, ਅੰਮ੍ਰਿਤਸਰ ਦੇ ਇੱਕ ਚੌਂਕ ਦਾ ਨਾਮ ਵੀ ਜਿਹੜਾ ਕੈਪਸੂਲ ਗਿੱਲ ਦੇ ਨਾਮ ਦੇ ਉੱਤੇ ਹੈ, ਤਾਂ ਉਹਨਾਂ ਦੀ ਜ਼ਿੰਦਗੀ ਇੱਕ ਵਾਰ ਫਿਰ ਚਰਚਾ 'ਚ ਆ ਗਈ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਹੈ, ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਨਹੀਂ ਵੀ ਪਤਾ। ਪਰ ਜਿੱਥੇ ਜਸਵੰਤ ਸਿੰਘ ਗਿੱਲ ਉਹਨਾਂ ਨੂੰ ਪੂਰੇ ਦੇਸ਼ ਵਿੱਚੋਂ ਵੱਖ-ਵੱਖ ਥਾਵਾਂ ਤੋਂ ਮਾਨ ਸਨਮਾਨ ਮਿਲਿਆ, ਪਰ ਇਹ ਹੁਣ ਜਿਹੜੀ ਪਹਿਲ ਕਦਮੀ ਹੋਈ ਹੈ ਕਿ ਨਵੇਕਲੀ ਉਹਨਾਂ ਨੂੰ ਸਨਮਾਨ, ਸ਼ਰਧਾਂਜਲੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਬਾਲੀਵੁੱਡ ਵੱਲੋਂ ਅਕਸ਼ੇ ਕੁਮਾਰ ਇਸ ਫਿਲਮ ਨੂੰ ਲੈ ਕੇ ਆਏ ਨੇ। ਹਾਲਾਂਕਿ ਇਸ ਫਿਲਮ ਨੂੰ ਲੰਬੇ ਸਮੇਂ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਇਸ ਫਿਲਮ ਨੂੰ ਪਹਿਲਾਂ ਅਜੇ ਦੇਵਗਨ ਹੁਣੀ ਬਣਾਉਣ ਜਾ ਰਹੇ ਸੀ, ਪਰ ਆਖਰ ਅਕਸ਼ੇ ਕੁਮਾਰ ਹੋਣਾ ਨੇ ਇਹ ਫਿਲਮ ਜਿਹੜੀ ਹੈ ਬਣਾਈ ਹੈ। ਤਾਂ ਸਰਦਾਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦਾ 2019 ਦੇ ਵਿੱਚ ਹੀ ਇੰਤਕਾਲ ਹੋ ਗਿਆ ਸੀ ਅਕਤੂਬਰ ਮਹੀਨੇ ਦੇ ਵਿੱਚ, ਤਾਂ ਹੁਣ ਉਹਨਾਂ ਦੇ ਬੇਟੇ ਸਾਡੇ ਨਾਲ ਸਰਪ੍ਰੀਤ ਸਿੰਘ ਗਿੱਲ ਜੀ ਸਾਡੇ ਨਾਲ ਨੇ। ਬਕਾਇਦਾ ਹਸਪੀਟਲ ਹੈ ਉਹਨਾਂ ਦਾ ਇੱਥੇ ਅੰਮ੍ਰਿਤਸਰ ਦੇ ਵਿੱਚ, ਔਰ ਉਹਨਾਂ ਨਾਲ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਸਰ, ਪਹਿਲੀ ਪ੍ਰਤੀਕਿਰਿਆ ਕੀ ਕਹਿਣਾ ਚਾਹੁੰਦੇ ਹੋ? ਬਾਲੀਵੁੱਡ ਵੱਲੋਂ ਇਹਨੂੰ ਸ਼ਰਧਾਂਜਲੀ ਕਿਹਾ ਜਾ ਸਕਦਾ? ਬਹੁਤ ਵੱਡੀ ਸ਼ਰਧਾਂਜਲੀ ਜੀ। ਇਹ ਤਾਂ 6 ਸਾਲ ਤੋਂ ਅਸੀਂ ਉਡੀਕ 'ਚ ਸੀਗੇ ਕਿ ਕਦੋਂ ਇਹ ਚੀਜ਼ ਸਿਰੇ ਲੱਗੇ, ਕਿਉਂਕਿ 2017 ਵਿੱਚ ਸਭ ਤੋਂ ਪਹਿਲਾਂ ਡਾਇਰੈਕਟਰ ਟੀਨੂ ਦੇਸਾਈ ਜਿਹੜੇ ਆ, ਉਹਨਾਂ ਨੇ ਪਿਤਾ ਜੀ ਨੂੰ ਅਪਰੋਚ ਕੀਤਾ ਸੀ ਕਿ ਮੈਂ ਤੁਹਾਡੇ 'ਤੇ ਪਿਕਚਰ ਬਣਾਉਣਾ ਚਾਹੁੰਦਾ। ਉਦੋਂ ਮਿਲ ਕੇ ਮਾਰਚ ਦੇ ਮਹੀਨੇ 'ਚ, ਅਤੇ ਉਦੋਂ ਇਹ ਕੰਮ ਸ਼ੁਰੂ ਹੋ ਚੁੱਕਿਆ ਸੀ। ਅਤੇ ਹੁਣ ਆਪਾਂ ਦੇਖੀਏ 6 ਸਾਲ ਹੋ ਗਏ, ਅਤੇ 2023 ਆ ਗਈ, ਅਤੇ ਹੁਣ ਜਾ ਕੇ ਪਿਕਚਰ ਬਣ ਕੇ ਤਿਆਰ ਹੋ ਕੇ ਅਤੇ ਰਿਲੀਜ਼ ਹੋਣ ਨੂੰ 6 ਅਕਤੂਬਰ ਦੀ ਡੇਟ ਵੀ ਆ ਗਈ ਹੈ। ਕਿੰਨਾ ਕੁਝ ਬਦਲ ਗਿਆ। ਉਦੋਂ ਜਿਹੜੇ ਕੈਪਸੂਲ ਗਿੱਲ, ਇੱਕ ਸ਼ੇਰ, ਬੱਬਰ ਸ਼ੇਰ, ਉਸ ਟਾਈਮ ਸਾਡੇ ਵਿੱਚ ਹੀ ਸੀਗੇ, ਅਤੇ ਉਹ ਵੀ ਹੁਣ ਨਹੀਂ ਰਹੇ। 2 ਸਾਲ ਕਰੋਨਾ ਨੇ ਵੀ ਬੜਾ ਤੰਗ ਕੀਤਾ। ਸਭ ਕੁਝ ਲੰਘ ਕੇ ਖਤਮ ਹੋ ਗਏ, ਅਤੇ ਹੁਣ ਜਾ ਕੇ ਤੁਹਾਨੂੰ ਪਤਾ ਹੈ ਕਿ 2 ਦਿਨ ਪਹਿਲਾਂ ਉਹਨਾਂ ਨੇ ਪਿਕਚਰ ਅਨਾਊਂਸ ਕੀਤੀ ਹੈ। ਪਹਿਲਾਂ ਪੋਸਟਰ ਰਿਲੀਜ਼ ਕੀਤਾ ਅਤੇ ਕੱਲ੍ਹ ਟੀਜ਼ਰ ਆਇਆ। ਅਤੇ ਬਾਕੀ ਬੜੇ ਵੱਡੇ ਇੱਕ ਮਾਣ ਹੈ ਸਾਡੇ ਲਈ, ਸਾਡੇ ਸਾਰੇ ਖਾਨਦਾਨ ਲਈ ਹੈ, ਸਾਡੀ ਪੂਰੀ ਫੈਮਿਲੀ ਲਈ ਹੈ, ਪੰਜਾਬ ਲਈ, ਪੰਜਾਬੀਅਤ ਲਈ, ਅੰਮ੍ਰਿਤਸਰ ਲਈ, ਸਿੱਖਾਂ ਲਈ, ਸਭ ਲਈ। ਮੈਂ ਕਹਿੰਦਾ ਹਿੰਦੁਸਤਾਨ ਦੇ ਹਰ ਬੰਦੇ ਲਈ, ਕਿਉਂਕਿ ਇਹ ਦੁਨੀਆ 'ਚ ਪਿਕਚਰ ਜਾਣੀ ਹੈ। ਅਤੇ ਉਹ ਇੰਡੀਅਨ ਇੰਜੀਨੀਅਰਸ ਦੀ ਇੱਕ ਕਮਾਲ ਦੇਖਣਗੇ ਕਿ 1999 ਇੰਡੀਆ ਨੇ ਐਸਾ ਕਮਾਲ ਕੀਤਾ ਜੋ ਕਿ ਨਾਸਾ ਨੇ ਉਸ ਤੋਂ 11 ਸਾਲ ਬਾਅਦ ਚਿਲੀ ਵਿੱਚ ਕੀਤਾ ਸੀ। ਸਰ, ਮੈਂ ਉਸ 'ਤੇ ਵੀ ਹੁੰਨਾ। ਇਸ ਜਿਹੜਾ ਟੀਜ਼ਰ ਆਇਆ, ਪੋਸਟਰ ਆਇਆ, ਇਸ ਤੋਂ ਬਾਅਦ ਇੱਕ ਚਰਚਾ ਸ਼ੁਰੂ ਹੋ ਗਈ ਆ। ਕਹਾਣੀ ਯਾਦ ਆ ਸਾਰੀ ਤੁਹਾਨੂੰ ਇਹ ਕਿ ਕਿਵੇਂ ਇੰਸੀਡੈਂਟ ਵਾਪਰਿਆ? ਕਿਉਂਕਿ ਗਿੱਲ ਸਾਹਿਬ ਨੂੰ ਤਾਂ ਮੈਂ ਵੀ ਖੁਦ ਕਈ ਵਾਰੀ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਦੇ ਕੋਲੋਂ ਵੀ ਸੁਣੀ ਮੈਂ। ਜਿਹੜੇ ਦਰਸ਼ਕ ਨੇ ਉਹ ਤੁਹਾਡੇ ਮੂੰਹੋਂ ਜਾਣਨਾ ਚਾਹੁੰਦੇ ਨੇ, ਸਰਦਾਰ ਜਸਵੰਤ ਸਿੰਘ ਕਿਹੜੇ ਡਿਪਾਰਟਮੈਂਟ ਦੇ ਵਿੱਚ ਸੀ, ਔਰ ਕੀ ਇਹ ਉੱਥੇ ਹਾਲਾਤ ਬਣੇ, ਔਰ ਕਿਵੇਂ ਇਹ ਸਾਰਾ ਜਿਹੜਾ ਰੈਸਕਿਊ ਆਪਰੇਸ਼ਨ ਹੋਇਆ? ਮੇਰੇ ਫਾਦਰ ਜੀ ਕੋਲ ਇੰਡੀਆ ਲਿਮਿਟਿਡ, ਜੋ ਕਿ ਮਹਾਰਤਨਾ ਨਵਰਤਨ ਕੰਪਨੀ ਇੰਡੀਆ ਦੀ, ਉਹਦੇ ਵਿੱਚ ਜੋਬ ਕਰਦੇ ਸੀ। ਇੰਡੀਅਨ ਸਕੂਲ ਆਫ ਮਾਈਨਸ ਹੈਗਾ ਧੰਨਬਾਦ, ਜੋ ਕਿ ਉਸ ਟਾਈਮ 'ਤੇ ਸਿਰਫ ਹਿੰਦੁਸਤਾਨ 'ਚ ਇੱਕੋ ਸਕੂਲ ਆਫ ਮਾਈਨਸ ਸੀਗਾ, ਜਿਹਦੇ 'ਚ ਐਂਟਰੀ ਲੈਣੀ ਵੀ ਬੜੀ ਮੁਸ਼ਕਿਲ ਸੀ। ਉਹਨਾਂ ਨੇ ਲਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਟਫ ਤੋਂ ਟਫ ਪੋਸਟਿੰਗਸ ਮਿਲੀਆਂ। ਉਹਨਾਂ ਨੇ ਫਿਰ ਗਵਰਨਮੈਂਟ CIL, ਜਦੋਂ ਕੋਲ ਜਿਹੜੀ ਉਹ ਨੈਸ਼ਨਲਾਈਜ਼ ਹੋ ਗਿਆ 1973-74 ਵਿੱਚ, ਉਹਨਾਂ ਨੇ ਫਿਰ ਗਵਰਨਮੈਂਟ ਸੈਕਟਰ ਜੁਆਇਨ ਕਰ ਲਿਆ। ਉਸ ਤੋਂ ਪਹਿਲਾਂ ਪ੍ਰਾਈਵੇਟ ਸੈਕਟਰ ਵਿੱਚ ਸੀਗੇ। ਅਤੇ ਵੈਸੇ ਵੀ ਉਹ ਇੱਕ ਬਹੁਤ ਸਟਰੋਂਗ ਐਡਮਿਨਿਸਟ੍ਰੇਟਰ, ਬਹੁਤ ਹੀ ਸਟਰੋਂਗ, ਟਫ ਐਜ਼ ਅ ਆਫਿਸਰ, ਬਟ ਜੈਂਟਲਮੈਨ। ਅਤੇ ਇਹ ਜੀ ਸਾਰਾ ਕੁਝ ਸੀਗਾ। ਅਤੇ ਇਹ 13 ਨਵੰਬਰ 1999 ਸਵੇਰੇ ਆਪਣੇ ਆਫਿਸ ਜਾ ਰਹੇ ਸੀ। ਇਹਨਾਂ ਦਾ ਆਫਿਸ ਉਸ ਜਗ੍ਹਾ ਤੋਂ, ਜਿੱਥੋਂ ਇਹ ਘਰ ਸੀਗਾ ਇਹਨਾਂ ਦਾ, ਉੱਥੋਂ ਆਲਮੋਸਟ 45 ਕਿਲੋਮੀਟਰ ਦੂਰ ਸੀਗਾ। ਰਾਹ ਵਿੱਚ ਕੋਈ 7-8 ਕਿਲੋਮੀਟਰ ਹੀ ਹਲੇ ਜਾ ਕੇ ਮੇਨ ਰੋਡ ਜਦੋਂ ਟੱਚ ਹੋਈ GT ਰੋਡ, ਉੱਥੇ ਦੇਖਿਆ ਬੜਾ ਜਾਮ ਲੱਗਿਆ, ਜੋ ਕਿ ਉੱਥੇ ਆਮ ਇੱਕ ਗੱਲ ਸੀ। ਬੰਗਾਲ, ਬਿਹਾਰ 'ਚ ਉਹਨਾਂ ਟਾਈਮਾਂ 'ਚ ਜਾਮ ਲੱਗਣੇ ਬੜੀ ਕਾਮ ਜੀ ਗੱਲ ਸੀ। ਸੜਕਾਂ ਪਤਲੀਆਂ ਹੁੰਦੀਆਂ ਸੀ, ਟ੍ਰੈਫਿਕ ਜ਼ਿਆਦਾ ਹੁੰਦਾ ਸੀ। ਇੱਕ ਅੱਧੀ ਗੱਡੀ ਕੋਈ ਖਰਾਬ ਹੋ ਗਈ ਤਾਂ ਜਾਮ ਲੱਗ ਜਾਂਦਾ ਸੀ। ਅਤੇ ਜੀ ਵਿੱਚ ਇਹਨਾਂ ਨੂੰ ਨਾ ਆਵਾਜ਼ ਸੁਣੀ ਮਾਈਨ ਰੈਸਕਿਊ ਵੈਨ ਹੂਟਰ ਦੀ। ਜਿਵੇਂ ਐਂਬੂਲੈਂਸ ਦਾ ਇੱਕ ਆਪਣਾ ਹੁੰਦਾ, ਫਾਇਰ ਬ੍ਰਿਗੇਡ ਦਾ ਆਪਣਾ ਹੁੰਦਾ, ਇੰਝ ਮਾਈਨਸ ਰੈਸਕਿਊ ਵੈਨ ਦਾ ਇੱਕ ਸਪੈਸ਼ਲ ਹੂਟਰ ਹੁੰਦਾ, ਅਤੇ ਉਹ ਬਹੁਤ ਐਮਰਜੈਂਸੀ ਹੋਏ ਤਾਂ ਹੀ ਉਹ ਹੂਟਰ ਵੱਜਦਾ। ਅਤੇ ਇਹਨਾਂ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਫਟਾਫਟ ਉਤਰ ਕੇ ਜਾ ਕੇ ਦੇਖ ਕੇ ਆ, ਕਿਉਂਕਿ ਜਾਮ 'ਚ ਫਸੇ ਸੀ। ਕਹਿੰਦੇ ਕਿ ਉਹ ਕਿਤੇ ਵੈਨ ਨੂੰ ਪੁੱਛ ਕੇ ਕਿ ਕੀ ਹੋਇਆ, ਕਿੱਥੇ ਜਾਣਾ, ਅਤੇ ਆਪਾਂ ਜੇ ਮੈਂ ਕੁਝ ਕਰ ਸਕਦਾ ਤਾਂ ਮੈਂ ਕਰਦਾ।
तो वो पूछ के आए तो उन्होंने दसिया कि सर ये महावीर कॉलेरी है, ਉੱਥੇ ਐਕਸੀਡੈਂਟ ਹੋ ਗਿਆ। ਤੇ ਰਾਣੀਗੰਜ ਦੇ ਵਿੱਚ ਰਾਣੀਗੰਜ ਏਰੀਆ ਹੈ, ਏਰੀਆ ਰਾਣੀਗੰਜ ਆ। ਤੇ ਸਪੈਸੀਫਿਕ ਜਿਹੜੀ ਕੌਲਰੀ ਦਾ ਨਾਮ ਸੀ ਉਹਦਾ ਸੀ ਮਹਾਵੀਰ ਕੌਲਰੀ। ਬੰਗਾਲ ਦੇ ਵਿੱਚ, ਬੰਗਾਲ, ਪੱਛਮੀ ਬੰਗਾਲ 'ਚ ਰਾਣੀਗੰਜ ਦੇ ਜਿਹੜਾ ਖੇਤਰ ਆ ਉਹਦੇ 'ਚ ਮਹਾਵੀਰ ਕੌਲਰੀ 'ਚ ਐਕਸੀਡੈਂਟ ਹੋਇਆ। ਇਹ ਜਿਵੇਂ ਹੀ ਇਹਨਾਂ ਨੂੰ ਪਤਾ ਚੱਲਿਆ ਇਹ ਫਿਰ ਉਤਰੇ ਗੱਡੀ 'ਚੋਂ। ਉੱਥੇ ਪੁਲਿਸ ਜਿਹੜੀ ਖੜੀ ਸੀ, ਟ੍ਰੈਫਿਕ ਪੁਲਿਸ ਸੀਗੀ, ਪੰਜਾਬੀ ਟਰੱਕ ਡਰਾਈਵਰ ਉਸ ਟਾਈਮ ਬੜੇ ਹੁੰਦੇ ਸੀ ਪੰਜਾਬੀ ਟਰੱਕ ਡਰਾਈਵਰ, ਤੇ ਉਹਨਾਂ ਨੂੰ ਕਿਸੇ ਨੂੰ ਕਹਿ ਕੇ ਵੀ ਥੋੜ੍ਹਾ ਅੱਗੇ ਕਰ ਲੈ, ਪਿੱਛੇ ਕਰ ਲੈ, ਇੰਝ ਕਰ ਲੈ, ਉਂਝ ਕਰ ਲੈ। ਪੁਲਿਸ ਨੇ ਵੀ ਹੈਲਪ ਕੀਤੀ ਤੇ ਉਹ ਵੈਨ ਨੂੰ ਹੌਲੀ 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 ਕਰਕੇ ਇਹਨਾਂ ਨੇ ਕਢਾਉਣਾ ਸ਼ੁਰੂ ਕੀਤਾ ਤੇ ਆਪਣੇ ਡਰਾਈਵਰ ਨੂੰ ਨਾਲ ਹੀ ਕਹਿੰਦਾ ਕਿ ਤੂੰ ਆਪਣੀ ਗੱਡੀ ਇਹਦੇ ਨਾਲ ਹੀ ਪਿੱਛੇ ਲਾ ਲਾ। ਇਹ ਕਿ ਆਪਾਂ ਵੀ ਜਾ ਕੇ ਦੇਖ ਆਉਂਦੇ ਹਾਂ ਕਿ ਉੱਥੇ ਹੋਇਆ ਕੀ ਹੈ, ਕਿਉਂਕਿ ਇਹ ਵੀ ਰੈਸਕਿਊ ਟ੍ਰੇਨਡ ਸੀਗੇ, ਬਹੁਤ ਸੀਨੀਅਰ ਆਫਿਸਰ ਸੀਗੇ, ਜਨਰਲ ਮੈਨੇਜਰ ਪੋਸਟ ਸੀ। ਤੇ ਬਸ ਇਹ ਐ ਕਿ ਜਿਵੇਂ ਉੱਥੇ ਕਿਸੇ ਨੇ ਪਹੁੰਚਾਉਣਾ ਸੀ ਤੇ ਉੱਥੇ ਪਹੁੰਚ ਗਏ। ਜਾਂਦੇ ਕਹਿੰਦੇ ਨਜ਼ਰ ਚਾਰੋਂ ਤਰਫ ਘੁਮਾਈ, 2-3 ਲੋਕਾਂ ਨਾਲ ਗੱਲ ਕੀਤੀ, ਇੱਕ ਗੱਲ ਸਮਝ ਆ ਗਈ ਕਿ ਸਵੇਰੇ 4 ਵਜੇ ਦੀ ਜਿਹੜੀ ਸ਼ਿਫਟ ਹੁੰਦੀ ਹੈ ਇਹਨਾਂ ਦੀ 24 ਘੰਟੇ ਮਾਈਨ ਚੱਲਦੀ, ਕਦੇ ਬੰਦ ਨਹੀਂ ਹੁੰਦੀ। ਸਵੇਰੇ 4 ਵਜੇ ਵਾਲੀ ਸ਼ਿਫਟ ਜਿਹੜੀ ਉਹਦੇ 220 ਬੰਦੇ ਨੀਚੇ ਗਏ ਤੇ ਜਾ ਕੇ ਜਦੋਂ ਕੰਮ ਕਰ ਰਹੇ ਸੀ ਤੇ ਉੱਥੇ ਉੱਤੇ ਜਿਹੜਾ 110 ਫੁੱਟ ਤੇ ਇੱਕ ਸੀਮ ਕੋਲੇ ਦੀ ਸੀਗੀ, ਪਹਿਲਾਂ ਸੀਮ ਹੁੰਦੀ ਹੈ, ਉਹ ਸਾਰਾ ਕੋਲਾ ਕੱਢਿਆ ਜਾ ਚੁੱਕਿਆ ਸੀ ਤੇ ਉਹ ਸਾਰਾ ਖਾਲੀ ਹੋ ਕੇ ਤੇ ਪਾਣੀ ਨਾਲ ਭਰ ਗਿਆ ਸੀ। ਬਾਰਿਸ਼ ਹੋ ਰਹੀ ਸੀ ਲਗਾਤਾਰ? ਨਹੀਂ, ਨਾਲ ਰਿਵਰ ਸੀਗੀ, ਬਾਰਿਸ਼ਾਂ ਵੀ ਹੁੰਦੀਆਂ ਸੀ, ਕਿੰਨੇ ਸਾਲ ਤੋਂ ਖਾਲੀ ਉਹ ਭਰਿਆ ਹੀ ਉਂਝ ਹੀ ਪਿਆ ਹੋਣਾ। ਤੇ ਉੱਥੇ ਪਿਲਰ ਨੀਚੇ ਟੱਚ ਹੁੰਦਾ ਸੀ 330 ਫੁੱਟ 'ਤੇ, ਜਿੱਥੇ ਹੁਣ ਕੰਮ ਚੱਲ ਰਿਹਾ ਸੀ, ਉੱਥੋਂ ਵੀ ਕੋਲਾ ਕੱਢ ਰਹੇ ਸੀ। ਤੇ ਉਹ ਉੱਥੇ ਮਾਰਕਡ ਸੀਗਾ ਕਿ ਇਹਨੂੰ ਤੁਸੀਂ ਇੱਥੇ ਕੁਝ ਨਹੀਂ ਕਰਨਾ ਕਿਉਂਕਿ ਇਹ ਉੱਤੇ ਪਿਲਰ ਹੈ। ਉਹ ਗਲਤੀ ਨਾਲ ਕਿਸੇ ਤੋਂ ਬਲਾਸਟ ਹੋ ਗਿਆ। ਉਹ ਜਿਵੇਂ ਹੀ ਬਲਾਸਟ ਹੋਇਆ ਤੇ ਉਹ ਸਾਰਾ ਪਿਲਰ ਟੁੱਟ ਗਿਆ ਤੇ ਉੱਤੋਂ 110 ਫੁੱਟ 'ਤੇ ਜਿੰਨਾ ਉਹ ਪਾਣੀ ਖੜਾ ਸੀ ਉਸ ਸੀਮ ਵਿੱਚ, ਜੋ ਕਿ ਕਰੋੜਾਂ ਲੀਟਰ ਹੋਏਗਾ, ਉਹ ਸਾਰੇ ਦਾ ਸਾਰਾ ਥੱਲੇ ਆਉਣ ਲੱਗ ਗਿਆ। ਜਿਵੇਂ ਹੀ ਆਇਆ ਤੇ ਜਿਹੜੇ ਤਾਂ ਬੰਦੇ ਪਹਿਲਾਂ ਲਿਫਟਾਂ ਵੱਲ ਭੱਜੇ, ਦੋਨੋਂ ਸਾਈਡ 'ਤੇ ਇੱਕ ਲਿਫਟ ਸੀਗੀ, ਜਿੰਨੇ ਕੁ ਤਾਂ ਬੰਦੇ ਲਿਫਟਾਂ 'ਚ ਫਿੱਟ ਆ ਗਏ ਉਹ ਤਾਂ ਫਟਾਫਟ ਉਹਨਾਂ ਨੇ ਕੱਢ ਲਏ ਉੱਤੇ। ਦੂਜੀ ਵਾਰ ਲਿਫਟ ਥੱਲੇ ਭੇਜਣ ਲੱਗੇ ਤੇ ਨੀਚੇ ਦੇਖਿਆ 40 ਫੁੱਟ ਪਾਣੀ ਖੜਾ ਹੋ ਗਿਆ। 71 ਬੰਦੇ ਥੱਲੇ ਰਹਿ ਗਏ, 220 ਚੋਂ 71 ਥੱਲੇ ਰਹਿ ਗਏ। ਹੁਣ ਇਹ ਸੀਗਾ ਕਿ ਵੀ 71 ਬੰਦੇ ਰਹਿ ਗਏ ਤੇ ਉਹਨਾਂ ਨੂੰ ਕੀ ਹੋਇਆ, ਬਚ ਗਏ ਕਿ ਡੁੱਬ ਗਏ, ਕਿ ਕੁਛ ਨਾ ਕੁਛ ਤਾਂ ਆਈਡੀਆ ਹੋਏਗਾ। ਤੇ ਲਾਸਟ ਜਦੋਂ ਇਹ ਮਤਲਬ ਕਿ ਆ ਸਾਰਾ ਕੁਝ ਹੋਇਆ, ਜਦੋਂ ਲਿਫਟਾਂ ਟੁੱਟ ਗਈਆਂ ਤੇ ਉਦੋਂ ਨਾ ਫਸਟ ਕੌਲਰੀ ਮਹਾਵੀਰ ਕੌਲਰੀ ਸੀ ਜਿਹਦੇ 'ਚ ਇਹਨਾਂ ਨੇ ਅੰਡਰਗਰਾਊਂਡ ਇੰਟਰਕੌਮ ਲਾਇਆ ਸੀ ਅਪਰ ਗਰਾਊਂਡ ਨਾਲ ਕੰਟੈਕਟ ਕਰਨ ਲਈ। ਤੇ ਉਹ ਉਦੋਂ ਇੰਟਰਕੌਮ ਵੱਜਿਆ ਤੇ ਉਹਨੇ ਕਿਹਾ ਹਮ ਹੈ ਤੇ ਨਾਲ ਹੀ ਕੱਟ ਹੋ ਗਿਆ। ਹੁਣ ਹਮ ਹੈ ਤਾਂ ਮਤਲਬ ਇੱਕ ਵੀ ਹੋ ਸਕਦਾ, ਹਮ ਹੈ ਦਾ ਮਤਲਬ 5 ਵੀ ਹੋ ਸਕਦਾ, ਤੇ ਹਮ ਹੈ ਦਾ ਮਤਲਬ 71 ਵੀ ਹੋ ਸਕਦਾ, ਭਾਵੇਂ ਇੱਕ ਹੈ ਤੇ ਭਾਵੇਂ 71 ਹੈ। ਹੁਣ ਇਹਨਾਂ ਨੂੰ ਸੀਗਾ ਕਿ ਸਾਨੂੰ ਕੱਢਣਾ, ਅਸੀਂ ਤਾਂ ਕੱਢਣਾ। ਤੇ ਉਦੋਂ ਫਿਰ ਇਹਨਾਂ ਦੇ ਪਲਾਨਸ ਬਣਨੇ ਸ਼ੁਰੂ ਹੋ ਗਏ ਕਿ ਕਿਵੇਂ, ਮਤਲਬ ਆਫਟਰ ਆਲ ਉਹਨਾਂ ਨੂੰ ਜੇ 330 ਫੁੱਟ ਤੋਂ ਕੱਢਣਾ ਤਾਂ ਕੋਈ ਨਾ ਕੋਈ ਆਈਡੀਆ ਤਾਂ ਕੱਢਣਾ ਪਏਗਾ ਨਾ, ਕਿਵੇਂ ਕੱਢੀਏ ਉਹਨਾਂ ਨੂੰ। ਤੇ ਪਹਿਲਾ ਪਲਾਨ ਸੀਗਾ ਕਿ ਜੇ ਕੁਛ ਕਿਲੋਮੀਟਰ ਪਿੱਛੋਂ ਨਾ ਇੱਕ ਇਨਕਲਾਈਨ ਕੱਟਣੀ ਸ਼ੁਰੂ ਕਰੋ ਹੌਲੀ 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 ਹੌਲੀ, ਅਤੇ ਜਿੱਥੇ ਹੋਏਗਾ 330 ਫੁੱਟ 'ਤੇ ਉੱਥੇ ਪਹੁੰਚ ਜਾਂਗੇ ਆਪਾਂ। ਉਹ ਕੈਲਕੂਲੇਟ ਕੀਤਾ ਇਹਨਾਂ ਨੇ ਕਿ 4 ਮਹੀਨੇ ਲੱਗ ਜਾਣਗੇ। ਉਹ ਤਾਂ 4 ਦਿਨ ਨਹੀਂ ਸੀ ਬਚਣੇ, ਤਾਂ 4 ਮਹੀਨਿਆਂ ਤਾਂ ਇਹਨਾਂ ਕੋਲ ਟਾਈਮ ਹੀ ਨਹੀਂ ਸੀਗਾ। ਦੂਜਾ ਸੀਗਾ ਕਿ ਇਹਨਾਂ ਨੂੰ ਕਿ ਜਿੰਨਾ ਪਾਣੀ ਕੱਢ ਸਕਦੇ ਹਾਂ ਆਪਾਂ, ਪੰਪ ਜਿੰਨੇ ਪੰਪ ਉਹਦੇ 'ਚ ਫਿੱਟ ਹੋ ਸਕਦੇ ਪੰਪ ਫਿੱਟ ਕਰ ਦਿਓ। ਕੋਲ ਇੰਡੀਆ ਕੋਲ ਬੜੇ ਹੈਵੀ ਪੰਪਸ ਹੁੰਦੇ ਨੇ, ਉਹਨਾਂ ਨੇ ਹੈਵੀ ਤੋਂ ਹੈਵੀ ਪੰਪ ਦੋਨੋਂ ਸ਼ਾਫਟਾਂ 'ਚ ਫਿੱਟ ਕਰਤੇ। ਪਾਣੀ ਨਹਿਰ ਵਾਂਗੂ ਨਿਕਲਣ ਲੱਗ ਗਿਆ ਉਹਦੇ 'ਚੋਂ। ਅਤੇ ਜਦੋਂ 6 ਘੰਟੇ ਬਾਅਦ ਮੈਜਰ ਕੀਤਾ ਤਾਂ ਉਹ 4 ਫੁੱਟ ਹੋਰ ਉੱਤੇ, ਉਹ ਵੀ ਫਲੇਲ। ਤੀਜਾ ਸੀਗਾ ਕਿ ਜਿੱਥੋਂ ਉੱਤੇ 110 ਤੋਂ 300 ਫੁੱਟ ਪਾਣੀ ਗਿਆ, ਉਹ ਜਿਹੜੇ ਹੋਲ ਬਣ ਗਿਆ ਉਹਦੇ ਅੱਗੇ ਇੱਕ ਵੱਡੀ ਰਬਰ ਲਾ ਕੇ, ਉੱਥੇ ਬਹੁਤ ਸਟਰੋਂਗ ਰਬਰਸ ਆਉਂਦੀਆਂ ਨੇ, ਕਿ ਉਹਨੂੰ ਬਲੌਕ ਕਰ ਦਈਏ ਅਤੇ ਉਸੇ 'ਚੋਂ ਬੰਦੇ ਥੱਲੇ ਜਾਣ ਅਤੇ ਉਹਦੇ 'ਚੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ। ਉਹ ਜਦੋਂ ਉਹਨਾਂ ਨੇ ਰਬਰ ਦਾ ਪਟਾ ਲਾਇਆ ਥੱਲੇ, ਉਹ ਜਿੱਥੋਂ ਪਾਣੀ ਆ ਰਿਹਾ ਸੀ, ਉਹਨੇ ਪਾਣੀ ਦੇ ਫੋਰਸ ਨੇ ਉਹ ਰਬਰ ਦੇ ਪਟੇ ਨੂੰ ਮਤਲਬ ਕਿ ਉਹਦਾ ਕਚੂਮਰ ਕੱਢਤਾ, ਖਤਮ ਹੋ ਗਿਆ ਬਿਲਕੁਲ। ਅਤੇ ਉਹ ਵੀ ਖਤਮ ਹੋ ਆਈਡੀਆ। ਅਤੇ ਉਹਨੇ ਚਿਰ 'ਚ ਮੇਰੇ ਫਾਦਰ ਸਾਹਿਬ ਨੇ ਇੱਕ ਆਈਡੀਆ ਦਿੱਤਾ, ਕਹਿੰਦੇ ਦੇਖੋ ਇੱਕ ਮੈਂ ਕਿਤਾਬ 'ਚ ਪੜ੍ਹਿਆ ਆਪਣੀ ਮਾਈਨਿੰਗ ਦੀ, ਅਤੇ ਉਹਦੇ 'ਚ ਪਲਾਨ ਇਹ ਹੁੰਦਾ ਕਿ ਜਿਵੇਂ ਖਾਣ ਵਾਲਾ ਕੈਪਸੂਲ ਹੁੰਦਾ ਨਾ, ਇਹ ਜਿਹਾ ਅਸੀਂ ਇੱਕ ਲੋਹੇ ਦਾ ਕੈਪਸੂਲ ਬਣਾਈਏ 7 ਫੁੱਟ ਦਾ, ਅਤੇ ਇੱਕ ਅਸੀਂ ਕਰੀਏ ਬੋਰ 22 ਇੰਚ ਦਾ, ਅਤੇ ਇਹ ਕੈਪਸੂਲ ਵੀ 22 ਇੰਚ ਚੌੜਾ ਹੋਏ। ਇੱਕ ਬੰਦਾ ਖੜਾ ਹੋਏ, ਉਹਦੇ 'ਚ ਥੱਲੇ ਜਾਏ ਜਾਂ ਉਹਨੂੰ ਥੱਲੇ ਭੇਜੇ ਅਤੇ ਉਹ ਬੰਦੇ ਇੱਕ ਇੱਕ ਕਰਕੇ ਉੱਤੇ ਆਉਣ। ਇਹ ਤਰੀਕਾ ਇੱਕ ਹੋ ਸਕਦਾ। ਅਤੇ ਉਹ ਬੜੇ ਲੋਕਾਂ ਨੂੰ ਮਤਲਬ ਕਿ ਲੱਗਿਆ ਕਿ ਇਹ ਹੋਣਾ ਨਹੀਂ, ਇਹ ਕਿਤੇ ਮਜ਼ਾਕ ਜਿਹਾ ਹੈਗਾ। ਚਲੋ ਉਹ ਕਹਿੰਦੇ ਤੁਸੀਂ ਕਰੀ ਜਾਓ, ਮੈਂ ਵੀ ਆਪਣਾ ਕਰੀ ਜਾਂਦਾ, ਜੇ ਆਪਣੇ 'ਚੋਂ ਕੋਈ ਵੀ ਕੱਢ ਲੇ, ਕੋਈ ਕਰ ਲੇ ਤਾਂ ਬਹੁਤ ਵਧੀਆ ਗੱਲ। ਉਹ ਕਰਦੇ ਕਰਦੇ ਇਹਨਾਂ ਨੇ ਬਈ
ਹੁਣ 13 ਤਰੀਕ ਤੋਂ 14 ਤਰੀਕ ਹੋ ਗਈ, ਇਹਨਾਂ ਨੇ ਆਰਡਰਸ ਦਿੱਤੇ, ਫਟਾਫਟ ਡਰਾਇੰਗਸ ਬਣਾਈਆਂ, ਉਹ ਕੈਪਸੂਲ ਦੀ ਡਰਾਇੰਗ ਕਿ ਕਿਹੋ ਜਿਹਾ ਹੋਣਾ ਚਾਹੀਦਾ। ਨੇੜੇ ਉੱਥੇ ਫੈਕਟਰੀ ਸੀ, ਉੱਥੇ ਫੈਬਰੀਕੇਸ਼ਨ ਸਟਾਰਟ ਹੋ ਗਈ, ਨਾਲ ਹੀ ਡਰਿਲਸ ਹਾਇਰ ਕੀਤੀਆਂ ਵੱਡੀਆਂ, ਉਹਦੇ 'ਚ ਬੋਰ ਬਣਾਉਣਾ ਨਵਾਂ ਸ਼ੁਰੂ ਕੀਤਾ। ਬੋਰ ਬਣਾਉਣ 'ਚ ਪ੍ਰੋਬਲਮ ਇਹ ਆ ਰਹੀ ਸੀ ਕਿ 8 ਇੰਚ ਤੋਂ ਵੱਡਾ ਬਿੱਟ ਨਹੀਂ ਸੀ ਮਿਲ ਰਿਹਾ। ਉਹ 8 ਇੰਚ ਦੇ ਉੱਤੇ ਫਿਰ ਬਿੱਟ ਤੋੜ ਕੇ ਨਵੇਂ ਵੈਲਡ ਕੀਤੇ, ਉਹਨੂੰ 14 ਇੰਚ ਕੀਤਾ, ਫਿਰ ਉਹਦੇ ਨੀਚੇ ਪਲੇਟਾਂ ਲਾਈਆਂ, ਫਿਰ ਬਿੱਟ ਲਾਏ, ਮਤਲਬ ਇੰਪਰੋਵਾਈਜ਼ ਕਰਕੇ ਉਹਨੂੰ 21 ਇੰਚ 1.5 ਇੰਚ ਤੱਕ ਲੈ ਗਏ। ਅਤੇ ਉਹਨੂੰ ਫਿਰ ਥੋੜ੍ਹਾ ਬਹੁਤ ਉੱਤੋਂ ਚੌੜਾ ਕਰ ਲਿਆ ਅਤੇ ਥੱਲੋਂ ਉਨਾ ਹੀ ਸੀ ਉਹ, ਨਹੀਂ ਉਹ ਬੋਰ ਨੂੰ। ਅਤੇ ਉਸ ਹੁਣ ਫਿਰ ਉਹਨੇ ਚਿਰ 'ਚ ਕੈਪਸੂਲ ਵੀ ਹੈਗਾ, ਹੈ ਓਰੀਜਨਲ ਕੈਪਸੂਲ, ਇਹ ਰਾਂਚੀ ਮਿਊਜ਼ੀਅਮ 'ਚ ਹੈਗਾ, ਕੋਲ ਇੰਡੀਆ ਲਿਮਿਟਿਡ ਦਾ ਮਿਊਜ਼ੀਅਮ ਉੱਥੇ ਹੈਗਾ, ਉੱਥੇ ਪਿਆ ਹੈ। ਇਹ ਉਹਨਾਂ ਨੇ ਬਣਵਾਇਆ। ਅਤੇ ਜਦੋਂ ਇਹ ਰੈਡੀ ਹੋ ਕੇ ਆ ਗਿਆ ਅਤੇ ਸਾਰਾ ਕੁਝ ਕਰ ਕੇ ਅਤੇ 15 ਤਰੀਕ ਦੀ ਰਾਤ 12:30 1 ਵਜ ਗਏ। ਉਦੋਂ ਕੈਪਸੂਲ ਖੜਾ, ਉਹ ਆਪਣਾ ਡੈਰਿਕ ਲਾ ਕੇ ਨਾ, 3 ਟਰਾਈਪੋਡ ਲਾ ਕੇ ਉਹਦੇ ਉੱਤੇ ਲਾ ਕੇ ਆਪਣਾ ਪੁਲੀ, ਉਹਨੂੰ ਲੋਹੇ ਦੀ ਰੱਸੀ ਨਾਲ, ਨਵੀਂ ਲੋਹੇ ਦੀ ਰੱਸੀ ਨਾਲ ਲਟਕਾ ਕੇ 2-3 ਵਾਰ ਉੱਤੇ ਨੀਚੇ ਕਰਕੇ, ਜ਼ਿਆਦਾ ਥੱਲੇ ਨਹੀਂ ਭੇਜਿਆ, ਬਟ ਇਹ ਹੈ ਕਿ 2-3 ਵਾਰ ਥੱਲੇ ਨੀਚੇ, ਹਾਂ, ਅਤੇ ਉਹ ਚੈੱਕ ਹੋ ਗਿਆ ਕਿ ਸਭ ਠੀਕ ਹੈਗਾ। ਅਤੇ ਹੁਣ ਆਈ ਵਾਰੀ ਕਿ ਬਈ ਜਾਓ, ਨੀਚੇ ਕੌਣ ਜਾਏਗਾ? ਅਤੇ ਇਹਨਾਂ ਨੇ ਤਾਂ ਕਿਹਾ ਕਿ ਮੈਂ ਹੀ ਜਾਣਾ, ਹੋਰ ਕਿਨੇ ਜਾਣਾ। ਜਦੋਂ ਆਈਡੀਆ ਹੀ ਮੇਰਾ ਬਣਾਇਆ, ਮੈਂ ਕੀਤਾ, ਮੈਂ ਤਾਂ ਮੈਂ ਹੀ ਜਾਊਂਗਾ। ਅਤੇ ਉਹ ਜਿਹੜਾ ਇਹਨਾਂ ਦਾ ਚੇਅਰਮੈਨ ਸੀ, ਉਹ ਮਤਲਬ ਜਿਵੇਂ ਐ ਹੁੰਦਾ ਨਾ, ਨੋ 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 ਆਈ ਕੈਨੋਟ ਸੈਕਰੀਫਾਈਸ ਸੱਚ ਅ ਸੀਨੀਅਰ ਆਫਿਸਰ। ਉਹ ਕਹਿੰਦੇ ਸਰ, ਇਟ ਇਜ਼ ਨਾਟ ਅ ਕੁਐਸਚਨ ਆਫ ਸੀਨੀਅਰ ਜੂਨੀਅਰ ਆਫਿਸਰ, ਇਟ ਇਜ਼ ਅ ਕੁਐਸਚਨ ਆਫ ਹਿਊਮਨ ਲਾਈਵਸ। ਹੁਣ ਸਾਨੂੰ ਪਤਾ ਹੈ ਕਿ ਉੱਥੇ 65 ਬੰਦੇ ਹੈਗੇ, ਹੁਣ ਪਤਾ ਚੱਲ ਚੁੱਕਿਆ ਸੀ 71 ਚੋਂ 6 ਡੁੱਬ ਚੁੱਕੇ ਸੀ, ਸਿਰਫ 65 ਹੀ ਰੈਸਕਿਊ ਹੋਏ, 6 ਡੁੱਬ ਚੁੱਕੇ ਸੀ। ਅਤੇ ਉਹ ਫਿਰ ਪਤਾ ਚੱਲ ਗਿਆ, ਕਿਉਂਕਿ ਪਹਿਲਾਂ ਛੋਟਾ ਬੋਰ ਕੀਤਾ, ਉਹਦੇ 'ਚ ਉਹਨਾਂ ਨਾਲ ਕਮਿਊਨੀਕੇਸ਼ਨ ਹੋਈ, ਉਹਨਾਂ ਨੂੰ ਦੱਸਿਆ ਕਿ ਤੁਸੀਂ ਇਸ ਜਗ੍ਹਾ 'ਤੇ ਇਕੱਠੇ ਹੋ, ਅਸੀਂ ਬੋਰ ਬਣਾਵਾਂਗੇ, ਕਾਰਨ ਮਤਲਬ ਚੱਲ ਰਿਹਾ ਸੀ। ਬਟ ਉਹਨਾਂ ਜਿਹੜੇ ਥੱਲੇ ਸੀਗੇ, ਉਹਨਾਂ ਨੂੰ ਤਾਂ ਸਿਰਫ ਮੌਤ ਦੇ ਸਿਰ ਸੀ, ਆਕਸੀਜਨ ਘਟੀ ਜਾ ਰਹੀ ਸੀ, ਪਾਣੀ ਵਧੀ ਜਾ ਰਿਹਾ ਸੀ। ਅਤੇ ਜਿਹੜਾ ਉਤਲਾ 110 ਫੁੱਟ ਵਾਲਾ, ਕਿਉਂਕਿ ਉੱਥੋਂ ਪਾਣੀ ਸਾਰਾ ਨਿਕਲ ਗਿਆ ਸਡਨਲੀ, ਅਤੇ ਉਹ ਸਾਰਾ ਕੋਲੈਪਸ ਕਰਨ ਨੂੰ ਤਿਆਰ ਸੀਗਾ। ਅਤੇ ਇਹ ਅੜ ਗਏ, ਕਹਿੰਦੇ ਜਾਣਾ ਹੀ, ਮੈਂ ਕਹਿੰਦੇ ਹੋਰ ਕੋਈ ਜਾ ਹੀ ਨਹੀਂ ਸਕਦਾ। ਚਲੋ ਜੀ, ਕਰਦੇ ਕਰਾਂਦੇ ਰਾਤੀ 2:30 ਵਜੇ ਇਹ ਚਲੇ ਗਏ ਥੱਲੇ। ਜਦੋਂ ਇਹ ਥੋੜ੍ਹਾ ਰੋਕਦਾ ਤੁਹਾਨੂੰ, ਪਰਿਵਾਰ ਉਦੋਂ ਉੱਥੇ ਸੀਗਾ, ਨਾਲ ਹੀ ਸੀਗਾ, ਔਰ ਪਰਿਵਾਰ ਨੂੰ ਪਤਾ ਸੀਗਾ ਕਿ ਗਿੱਲ ਸਾਹਿਬ ਇਹ ਕੰਮ ਕਰਨਗੇ? ਉਸ ਟਾਈਮ ਬਾਏ ਚਾਂਸ ਕੋਈ ਵੀ ਉੱਥੇ ਨਹੀਂ ਸੀ ਸਾਡੇ 'ਚੋਂ। ਅਸੀਂ ਛੁੱਟੀਆਂ ਆਏ ਸੀ ਅੰਮ੍ਰਿਤਸਰ, ਅਤੇ ਸਾਨੂੰ ਪਤਾ ਚੱਲਿਆ ਜਦੋਂ ਸਭ ਕੁਝ ਹੋ ਗਿਆ, ਉਸ ਤੋਂ 5-6 ਘੰਟੇ 7 ਘੰਟੇ ਬਾਅਦ। ਅਤੇ ਇਹ ਰਾਤੀ 2:30 ਵਜੇ ਚਲੇ ਗਏ ਥੱਲੇ। ਜਦੋਂ ਜਿਵੇਂ ਥੋੜ੍ਹਾ ਥੱਲੇ ਗਏ, ਤਾਂ ਕੈਪਸੂਲ ਘੁੰਮਣ ਲੱਗ ਗਿਆ, ਕਿਉਂਕਿ ਉਹ ਲੋਹੇ ਦੀ ਰੱਸੀ ਹੈ, ਉਹਦੇ 'ਚ ਟਾਰਕ ਬਹੁਤ ਜ਼ਿਆਦਾ ਹੁੰਦਾ। ਉਹ ਕਦੇ ਇੱਕ ਪਾਸੇ ਘੁੰਮੇ, ਫਿਰ ਉਹ ਰੁਕ ਜਾਏ, ਫਿਰ ਉਹ ਪੁੱਠੇ ਪਾਸੇ ਘੁੰਮੇ। ਉਹ ਇੱਕ ਵਾਰ ਤਾਂ ਬੰਦਾ ਮਤਲਬ ਕਹਿੰਦੇ ਮੈਨੂੰ ਲੱਗਿਆ ਕਿ ਮੈਂ ਕਿਹੜਾ ਐਸਟਰੋਨੌਟ ਆ, ਕਿ ਮਤਲਬ ਬੜਾ, ਕਹਿੰਦੇ ਇੱਕ ਵਾਰ ਰੀੜ੍ਹ ਦੀ ਹੱਡੀ 'ਤੇ ਐਂ ਲੱਗੇ ਜਿਵੇਂ ਠੰਡੀ ਹੋ ਗਈ ਹੈ। ਕਹਿੰਦੇ ਬਟ ਫਿਰ ਕੌਨਸਨਟ੍ਰੇਸ਼ਨ ਆਪਣੀ ਪੂਰੀ ਕਰਕੇ, ਦਿਲ ਦਾ ਦਿਮਾਗ ਦਾ ਪੂਰਾ ਜ਼ੋਰ ਲਾ ਕੇ ਸੀਗੇ ਬਹੁਤ ਤਗੜੇ। ਅਤੇ ਕਹਿੰਦੇ ਬਸ ਫਿਰ ਮੈਨੂੰ ਸੀਗਾ ਮੈਂ ਪਹੁੰਚ ਜਾ ਉੱਥੇ, ਨਹੀਂ ਤਾਂ ਇਹਨਾਂ ਨੇ ਮਰ ਜਾਣਾ। ਗਿੱਲ ਸਾਹਿਬ ਦੱਸਦੇ ਹੁੰਦੇ ਸੀ ਕਿ ਮੈਂ ਆਈਜ਼ ਬੰਦ ਕਰ ਲਈਆਂ, ਇੱਕ ਲਾਈਟ ਮੈਨੂੰ ਦੱਸੀ, ਉਹ ਇਨਸੀਡੈਂਟ। ਉਹ ਦੇਖੋ, ਉਹ ਕਹਿੰਦੇ ਕਿ ਇੱਕ ਮੈਂ ਕੌਨਸਨਟਰੇਟ ਕੀਤਾ ਨਾ, ਅਤੇ ਜਦੋਂ ਮੈਂ ਬਹੁਤ ਕੌਨਸਨਟਰੇਟ ਸਟਰੋਂਗਲੀ ਕੀਤਾ, ਅਤੇ ਇੱਕ ਵਾਈਟ ਲਾਈਟ ਸੀ 50 ਪੈਸੇ ਦੇ ਕੋਇਨ ਵਰਗੀ, ਉਹ ਮੇਰੀ ਅੱਖਾਂ ਦੇ ਸਾਹਮਣੇ ਆ ਗਈ। ਅਤੇ ਜਿਵੇਂ ਮੈਨੂੰ ਉਹ ਦਿਸੀ, ਅਤੇ ਉਹ ਜਿਹੜਾ ਕੈਪਸੂਲ ਘੁੰਮਦਾ ਸੀ ਨਾ, ਉਹ ਮੈਨੂੰ ਫੀਲ ਨਹੀਂ ਹੋਇਆ। ਅਤੇ ਉਦੋਂ ਫੀਲ ਹੋਇਆ ਜਦੋਂ ਨੀਚੇ ਜਾ ਕੇ ਟੱਚ ਕਰਕੇ ਉਹਨੇ ਟੱਚ ਕੀਤਾ, ਅਤੇ ਉਹ ਲਾਈਟ ਹੌਲੀ ਜੇ ਵਾਪਸ ਕਿਧਰ ਉੱਡ ਕੇ ਚਲੀ ਗਈ। ਅਤੇ ਮੈਂ ਫਟਾਫਟ ਖੋਲ੍ਹਿਆ ਦਰਵਾਜ਼ਾ, ਉਤਰਿਆ ਬਾਹਰ, ਜਿਹੜਾ ਬੰਦਾ ਸਭ ਤੋਂ ਨੇੜੇ ਸੀ ਉਹਨੂੰ ਫੜਿਆ, ਉਹਨੂੰ ਕੈਪਸੂਲ 'ਚ ਪਾਇਆ, ਬੰਦ ਕੀਤਾ। ਉਹਨੂੰ ਪਾਉਣ ਦਾ, ਕੱਢਣ ਦਾ ਵੀ ਤਰੀਕਾ ਬੜਾ ਵੱਖਰਾ ਸੀ। ਉਹਨੂੰ ਫਿੱਟ ਕਰਕੇ, ਬੰਦ ਕਰਕੇ, ਅਤੇ ਹੈਮਰ ਨਾਲ ਸਿਗਨਲ ਦਿੱਤਾ ਕਿ ਇਹਨੂੰ ਲਿਫਟ ਕਰੋ। ਉਹ ਪਹਿਲਾ ਬੰਦਾ ਚੱਲ ਗਿਆ। ਹੁਣ ਬਾਕੀ ਬਚ ਗਏ 64। ਉਹਨਾਂ ਨੂੰ ਕਹਿੰਦੇ ਕਿ ਵੀ ਦੇਖੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇੱਥੇ ਜ਼ਿਆਦਾ ਚਿਰ ਰਹਾਂ, ਅਤੇ ਤੁਸੀਂ ਜਦੋਂ ਸਾਰੇ ਚੱਲ ਜਾਓਗੇ ਅਤੇ ਅਖੀਰ 'ਤੇ ਮੈਂ ਜਾਣਾ। ਲੇਕਿਨ ਹੁਣ ਜੋ ਮੈਂ ਕਹੂੰਗਾ ਉਹਦੇ ਹਿਸਾਬ ਨਾਲ ਚੱਲੋ, ਅਤੇ ਆਪਾਂ ਆਰਾਮ ਨਾਲ ਨਿਕਲ ਜਾਵਾਂਗੇ। ਜੇ ਆਪਾਂ ਰੌਲਾ ਰੱਪਾ ਪਾਇਆ, ਖਿੱਚ ਤੂ ਕੀਤੀ, ਅਤੇ ਕੋਈ ਨਾ ਕੋਈ ਪ੍ਰੋਬਲਮ ਹੋਏਗੀ। ਬਿਲਕੁਲ। ਉਹਦੇ ਵਿੱਚ ਮੈਨੂੰ ਵੀ ਯਾਦ ਹੈ, ਮੈਂ ਵੀ ਇੱਕ ਐਡ ਕਰਦਾ ਕਿ ਸ਼ਾਇਦ ਉਹਨਾਂ ਨੇ ਕਿਹਾ ਕਿ ਜਿਹੜੇ ਬਿਮਾਰ ਨੇ ਸਭ ਤੋਂ ਪਹਿਲਾਂ ਅੱਗੇ ਉਹ ਆ ਜਾਓ, ਜਿਹੜੇ ਬਜ਼ੁਰਗ ਨੇ ਉਹ ਆ ਜਾਓ। ਜਿਹੜੇ ਉਹਨਾਂ ਨੇ ਫਿਰ ਇਹ, ਕਿਉਂਕਿ 1 ਤੋਂ ਲੈ ਕੇ 65 ਤੱਕ ਪਰਚੀਆਂ ਆਪਣੀ ਬਣਾ ਕੇ ਲੈ ਕੇ ਗਏ ਸੀ, ਅਤੇ ਉਹਨਾਂ ਨੇ ਕਿਹਾ ਪਹਿਲਾਂ ਤਾਂ ਉਹ ਆਉਣ ਜਿਹੜੇ ਕਿਸੇ ਨੂੰ ਸੱਟ ਵੱਜੀ ਆ, ਜਾਂ ਕਿਸੇ ਨੂੰ ਬੁਖਾਰ ਚੜਿਆ, ਕਿਉਂਕਿ 4-6 ਬੰਦੇ ਡੁੱਬ ਗਏ, ਕਈਆਂ ਨੂੰ ਸੱਟਾਂ ਹੀ ਵੱਜੀਆਂ ਹੋਣੀਆਂ, 3 ਦਿਨ ਤੋਂ ਥੱਲੇ ਸੀ, ਹੋ ਸਕਦਾ ਕੋਈ ਬਿਮਾਰ ਹੋ ਗਿਆ ਹੋਵੇ। ਉਹਦੇ 8-9 ਸੀਗੇ, ਉਹਨਾਂ ਨੂੰ ਪਹਿਲੇ 9 ਨੰਬਰ ਮਿਲੇ ਕਿ ਤੁਸੀਂ ਜਾਓ, ਚਲੋ ਜੀ ਤਿਆਰੀ ਕਰ ਲਓ 1 ਤੋਂ 9 ਨੰਬਰ। ਉਸ ਤੋਂ ਬਾਅਦ ਜਿਹੜਾ ਜੂਨੀਅਰ ਮੋਸਟ ਵਰਕਰ ਹੈ,
ਮਤਲਬ ਰੈਂਕ ਵਾਈਜ਼ ਜੂਨੀਅਰ ਤੋਂ ਸੀਨੀਅਰ ਵੱਲ ਜਾਵਾਂਗੇ ਤੇ ਜਿਹੜਾ ਸਭ ਤੋਂ ਸੀਨੀਅਰ ਆ ਉਹ ਲਾਸਟ ਵਿੱਚ ਜਾਏਗਾ। ਜਦੋਂ ਸਾਰੇ ਚੱਲ ਜਾਣਗੇ ਉਦੋਂ ਮੈਂ ਜਾਊਂਗਾ। ਤੇ ਇਸ ਲਈ ਆਪਾਂ ਹੁਣ ਆਰਾਮ ਨਾਲ ਕੰਮ ਕਰੀਏ। ਤੇ ਇਸ ਹੋ ਗਿਆ ਕੰਮ ਸ਼ੁਰੂ। ਤੇ फिर वो पूछने लगे आप कहाँ से आ गए, वो आप एयरफोर्स से आए हो, नेवी से आए हो, आर्मी से आए हो, रेस्क्यू स्टेशन से आए हो, फायर ब्रिगेड से आए हो, आप कहाँ से आए हो? वो कहते कहीं से नहीं, ऊपर था देखा सुना था कि तुम लोग 2 दिन से नीचे पिकनिक कर रहे हो तो मैं भी आ गया। अरे नहीं साहब, उन्होंने ये नहीं सी पता कि ये कौन ने, क्योंकि एक जनरल मैनेजर तो एक नॉर्मल फोरमैन या मजदूर जड़ा ਉਹਦੇ ਲਈ ਤਾਂ ਜਨਰਲ ਮੈਨੇਜਰ ਸਾਲ 'ਚ ਇੱਕ ਵਾਰ ਕਦੇ ਦਿਸਦਾ ਉਹਨੂੰ। ਅਤੇ ਉਹ ਇਹ ਵੀ ਨਹੀਂ ਚਾਹੁੰਦੇ ਸੀ ਕਿ ਅਗਲਿਆਂ ਨੂੰ ਕੋਈ ਫੀਲ ਹੋਏ ਕਿ ਇੱਕ ਇੰਨਾ ਸੀਨੀਅਰ ਅਫਸਰ ਹੈਗਾ ਅਤੇ ਇਹਨਾਂ ਨੂੰ ਪਹਿਲਾਂ ਭੇਜ ਦਈਏ, ਹੈ ਨਾ। ਅਤੇ ਉਹ ਕੁਛ ਨਹੀਂ, ਬਸ ਇਹੀ ਉਹਨਾਂ ਨੇ ਇਹੀ ਕਿਹਾ, ਕਹਿੰਦੇ ਬਾਕੀ ਜੋ ਮੈਂ ਹੈਗਾ ਤਾਂ ਜੋ ਵੀ ਹੈਗਾ ਛੱਡੋ, ਮੇਰੀ ਡਿਊਟੀ ਲੱਗੀ ਹੈ ਤੁਹਾਨੂੰ ਬਚਾਉਣ ਦੀ ਅਤੇ ਮੈਂ ਆਪਣੀ ਡਿਊਟੀ ਕਰ ਰਿਹਾ ਅਤੇ ਹੁਣ ਹੌਲੀ ਹੌਲੀ ਕਰਕੇ ਚੱਲਦੇ ਰਹੋ। ਅਤੇ ਉਹ ਪਹਿਲੇ ਉਹ ਕੀ ਕਰ ਰਹੇ ਸੀ ਕਿ ਉਹ ਹੈਂਡ ਵਿੰਚਿੰਗ ਕਰ ਰਹੇ ਸੀ। ਉਹਦੇ 'ਚ ਉੱਤੇ ਜਾਣ ਨੂੰ 20 ਮਿੰਟ ਲੱਗਦੇ ਸੀ, ਵਾਪਸ ਆਉਣ ਨੂੰ 20 ਮਿੰਟ ਲੱਗਦੇ ਸੀ। ਅਤੇ ਪਹਿਲੇ 7-8 ਉਹਨਾਂ ਨੇ ਕੀਤੇ ਹੈਂਡ ਵਿੰਚਿੰਗ ਨਾਲ। ਜਦੋਂ ਉਹਨਾਂ ਨੇ ਦੇਖਿਆ ਕਿ ਹਾਂ ਹੁਣ ਸਮੂਥ ਚੱਲ ਰਿਹਾ, ਫਿਰ ਉਹਨਾਂ ਨੇ ਉਹਨੂੰ ਇਲੈਕਟ੍ਰਿਕ ਵਿੰਚ ਲਾਤੀ। ਜਦੋਂ ਇਲੈਕਟ੍ਰਿਕ ਵਿੰਚ ਲਾਈ ਫਿਰ ਉਹ 5 ਮਿੰਟ ਦਾ ਅਪ 5 ਮਿੰਟ ਡਾਊਨ ਦਾ ਬਣ ਗਿਆ। ਫਿਰ ਇੱਕ ਇੱਕ ਕਰਕੇ ਸਾਰੇ ਜਾਂਦੇ ਰਹੇ। ਅਗਲੇ ਦਿਨ ਸਵੇਰੇ 8:30 ਵਜੇ ਲਾਸਟ ਬੰਦਾ 65ਵਾਂ ਉੱਤੇ ਗਿਆ, ਕੈਪਸੂਲ ਆਇਆ ਥੱਲੇ, ਇੱਕ ਇਕੱਲੇ ਖੜੇ ਸੀ, ਚਿੱਕੜ, ਹਨੇਰਾ, ਮਿੱਟੀ, ਪਾਣੀ, ਹੱਥ ਸਾਰੇ ਸੱਟਾਂ ਤੱਕ ਵੱਜੀਆਂ ਹੋਈਆਂ, ਕਿਉਂਕਿ ਹਰ ਵਾਰ ਕੈਪਸੂਲ ਨੂੰ ਫੜੋ ਸੈੱਟ ਕਰੋ, ਹਿੱਲ ਨਹੀਂ ਸੀ ਸਕਦੇ। ਅਤੇ ਫਿਰ ਅਖੀਰ 'ਤੇ ਅਗਲੇ ਦਿਨ ਸਵੇਰੇ ਆ ਗਏ ਅਤੇ ਉਹ ਇਤਿਹਾਸ ਬਣ ਗਿਆ। ਜਿਹੜਾ ਉਸ ਤੋਂ ਬਾਅਦ ਇਹ ਸਾਰਾ ਡਿਊਰੇਸ਼ਨ ਕਿੰਨੀ ਸੀਗੀ? 2:30 ਵਜੇ ਸ਼ੁਰੂ ਹੋਇਆ, 6.5 ਘੰਟੇ ਦੀ ਡਿਊਰੇਸ਼ਨ ਸੀ। ਹਾਂ, ਇਹ 2:30 ਵਜੇ ਥੱਲੇ ਗਏ ਆ ਅਤੇ ਅਗਲੇ ਦਿਨ ਸਵੇਰੇ 8:30 ਵਜੇ ਵਾਪਸ ਆਏ। ਉਸ ਤੋਂ ਬਾਅਦ ਜਿਹੜਾ ਅਗਲਾ ਇੰਸੀਡੈਂਟ ਵੀ ਦੱਸੋ। ਜਦੋਂ ਮੈਂ ਕਿਉਂਕਿ ਮੈਂ ਗਿੱਲ ਸਾਹਿਬ ਦੀ ਗੱਲ ਕਰ ਰਿਹਾ, ਜਦੋਂ ਉੱਥੇ ਉਹਨਾਂ ਨੂੰ ਜਕਾਰੇ ਲੱਗਣ ਲੱਗ ਪਏ, ਲੰਮੇ ਪੈ ਗਏ ਲੋਕ ਇਹਨਾਂ ਦਾ, ਜਦ ਜਿਵੇਂ ਹੀ ਬਾਹਰ ਨਿਕਲੇ ਅਤੇ ਉਹ ਹਾਲੇ ਮਤਲਬ ਉਹਨਾਂ ਨੂੰ ਇਹ ਸੀਗਾ ਕਿ ਹਾਰ ਪੈਣੇ ਸ਼ੁਰੂ ਹੋ ਗਏ। ਉਹ ਕਹਿੰਦੇ ਹਾਰ ਮੇਰੀ ਪੱਗ ਦੇ ਉੱਤੇ ਤੱਕ ਆ ਗਏ, ਮੈਨੂੰ ਦਿਸਣਾ ਬੰਦ ਹੋ ਗਿਆ, ਇੰਨੇ ਹਾਰ। ਅਤੇ ਕਹਿੰਦੇ ਮੇਰੀ ਗੱਡੀ ਖੜੀ ਸੀ ਕੋਈ 100-125 ਮੀਟਰ ਦੂਰ, ਅਤੇ ਉੱਥੇ ਤੱਕ ਮੈਨੂੰ ਤੁਰਨਾ ਨਹੀਂ ਪਿਆ। ਕਹਿੰਦੇ ਉਹਨਾਂ ਨੇ ਮੈਨੂੰ ਚੱਕ ਕੇ ਪਹੁੰਚਾਤਾ ਉੱਥੇ ਤੱਕ। ਅਤੇ ਉੱਥੇ ਪਹੁੰਚੇ, ਗੱਡੀ 'ਚ ਘਰ ਗਏ, ਆਪਣਾ ਨਹਾ ਧੋ ਕੇ ਤਿਆਰ ਹੋ ਕੇ, ਅਤੇ ਸ਼ਾਮ ਨੂੰ ਫਿਰ ਹੌਸਪੀਟਲ ਚਲ ਗਏ, ਜਿੱਥੇ ਉਹ ਸਾਰੇ 65 ਬੰਦੇ ਹੌਸਪੀਟਲ ਸੀਗੇ। ਜਦੋਂ ਹੀ ਉਹ ਅੰਦਰ ਵੜੇ ਤਾਂ ਸਾਰੇ ਆਪਣੇ ਬੈੱਡਾਂ ਤੋਂ ਉਤਰ ਕੇ ਤੇ ਨੀਚੇ ਲੇਟ ਗਏ, ਪੈਰਾਂ 'ਚ ਨਤਮਸਤਕ। ਅਰੇ GM ਸਾਹਿਬ, आप GM साहब हो, आप हमारे लिए आए। कहते यार GM ਇਹਦੇ 'ਚ ਕੀ ਹੋਇਆ? ਬੰਦੇ ਨੂੰ ਬਚਾਉਣਾ ਸੀ, ਮੇਰੀ ਡਿਊਟੀ ਲੱਗ ਗਈ, ਮੈਂ ਆ ਗਿਆ। ਬਟ ਉਹ ਬੰਦੇ ਅੱਜ ਤੱਕ ਕਹਿੰਦੇ ਨੇ ਕਿ ਜਿੱਥੇ ਅਸੀਂ ਆਪਣੀ ਕੁਲ ਦੇਵਤਾ ਦੀ ਫੋਟੋ ਲਾਉਂਦੇ ਹਾਂ ਉਹ ਸਭ ਤੋਂ ਉੱਤੇ ਹੁੰਦੀ ਹੈ, ਅਤੇ ਉਸ ਤੋਂ ਨੀਚੇ ਇੱਕ ਗਿੱਲ ਸਾਹਿਬ ਦੀ ਫੋਟੋ ਹੁੰਦੀ ਹੈ, ਅਤੇ ਉਹਦੇ ਵਿੱਚ ਬਾਕੀ ਫੈਮਿਲੀ, ਫਾਦਰ ਮਦਰ ਸਭ ਦੀ ਫੋਟੋ ਹੁੰਦੀ ਹੈ। ਸਰ ਇਹ ਦੱਸਣਾ, ਇਸ ਤੋਂ ਬਾਅਦ ਗਿੱਲ ਸਾਹਿਬ ਉੱਥੇ ਕਿੰਨਾ ਚਿਰ ਰਹੇ, ਔਰ ਤੁਹਾਡਾ ਪਰਿਵਾਰ ਤੇ ਮੇਰਾ ਖਿਆਲ ਇਹ ਸਾਰੇ 65 ਨਾਲ ਪੂਰੀ ਤਰ੍ਹਾਂ ਸੰਪਰਕ 'ਚ ਰਹੇ? ਇਹ 89 'ਚ ਹੋਇਆ ਅਤੇ ਇਹ 98 ਵਿੱਚ ਰਿਟਾਇਰ ਹੋਇਆ, ਅਤੇ 9 ਸਾਲ ਉਸ ਤੋਂ ਬਾਅਦ ਵੀ ਉੱਥੇ ਹੀ ਸੀ। ਅਤੇ ਉਹ 65 'ਚੋਂ ਕੋਈ ਨਾ ਕੋਈ ਕਦੇ 4 ਆ ਗਏ, ਕਦੇ 3 ਆ ਗਏ, ਕਦੇ 10 ਆ ਗਏ, ਮਿਲਦੇ ਰਹਿੰਦੇ ਸੀ। ਗਿੱਲ ਸਾਹਿਬ ਨੂੰ ਵੀ ਸਪੈਸ਼ਲ ਉੱਥੇ ਸੱਦਿਆ ਜਾਂਦਾ ਸੀ ਆਪਣੇ ਫੰਕਸ਼ਨ ਦੇ ਵਿੱਚ, ਜਦੋਂ ਕੋਈ ਉਹਨਾਂ ਦਾ ਕੋਈ ਹੋਣਾ ਖਾਸ ਤੌਰ 'ਤੇ ਬੁਲਾਉਂਦੇ? ਉਸ ਤੋਂ ਬਾਅਦ ਤਾਂ ਦੇਖੋ ਜੀ, ਉਸ ਇਨਸੀਡੈਂਟ ਤੋਂ ਬਾਅਦ ਜਦੋਂ ਤੱਕ ਰਿਟਾਇਰ ਹੋਏ, ਮੇਰੇ ਖਿਆਲ ਉਸ ਏਰੀਆ 'ਚ ਜਿਹੜਾ ਵੀ ਕੋਈ ਫੰਕਸ਼ਨ ਕੋਈ ਵੀ ਕਰਦਾ ਸੀ ਅਤੇ ਇਹਨਾਂ ਨੂੰ ਪਹਿਲਾਂ ਬੁਲਾ ਲੈਂਦੇ ਸੀ। ਉਹਨਾਂ ਨੇ ਤਾਂ ਕਰਨਾ, ਉਹ ਤਾਂ ਬੁਲਾਉਂਦੇ ਸੀ, ਆਪਣੇ ਘਰਾਂ ਵਿੱਚ ਵੀ ਬੁਲਾਉਂਦੇ ਸੀ, ਏਰੀਆ 'ਚ ਵੀ ਬੁਲਾਉਂਦੇ ਸੀ। ਉੱਥੇ ਦੁਰਗਾ ਪੂਜਾ ਬੜੀ ਵੱਡੇ ਲੈਵਲ 'ਤੇ ਹੁੰਦੀ ਹੈ, ਉੱਥੇ ਸਪੈਸ਼ਲ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਐਜ਼ ਚੀਫ ਗੈਸਟ। ਉੱਥੇ ਬਹੁਤ ਮਤਲਬ ਕਿ ਉੱਥੇ ਨਾ ਯਾਤਰਾ ਜੇ ਕਹਿੰਦੇ, ਜਿਵੇਂ ਸਟੇਜ ਪਲੇ, ਉਹ ਬੜੇ ਹੁੰਦੇ ਨੇ, ਉੱਥੇ ਇਹਨਾਂ ਨੂੰ ਬੜੀ ਵਾਰ ਬੁਲਾਇਆ ਗਿਆ। ਮੈਂ ਇਸ ਤੋਂ ਇਲਾਵਾ ਪੁੱਛਣਾ ਚਾਹੁੰਦਾ ਕਿ ਗਿੱਲ ਸਾਹਿਬ ਸਨਮਾਨ ਭਾਰਤ ਸਰਕਾਰ ਨੇ ਵੀ ਕੀਤਾ, ਬੰਗਾਲ ਸਰਕਾਰ ਨੇ ਵੀ ਕੀਤਾ, ਕੀ ਸਨਮਾਨ ਮਿਲੇ? ਦੇਖੋ ਜੀ, ਸਭ ਤੋਂ ਵੱਡਾ ਸਨਮਾਨ ਜਿਹੜਾ ਹੈ ਉਹ ਗਵਰਨਮੈਂਟ ਆਫ ਇੰਡੀਆ ਨੇ, ਪ੍ਰੈਜ਼ੀਡੈਂਟ ਨੇ 1991 ਵਿੱਚ ਇਹਨਾਂ ਨੂੰ ਜਿਹੜਾ ਸਿਵਿਲੀਅਨ ਬਰੇਵਰੀ ਜਾਂ ਗੈਲੈਂਟਰੀ ਦਾ ਜਿਹੜਾ ਸਭ ਤੋਂ ਉੱਚਾ ਅਵਾਰਡ ਹੈ, ਸਰਵੋਤਮ ਜੀਵਨ ਰਕਸ਼ਾ ਪਦਕ, ਉਹ ਇਹਨਾਂ ਨੂੰ ਦਿੱਤਾ। ਇਸ ਤੋਂ ਉੱਤੇ ਮੇਰਾ ਨਹੀਂ ਖਿਆਲ ਕਿ ਸੈਂਟਰਲ ਗਵਰਨਮੈਂਟ ਕੁਝ ਕਰ ਸਕਦੀ ਸੀ ਉਸ ਟਾਈਮ 'ਤੇ। ਹੁਣ ਇੱਕ ਸਾਡੀ ਅਪੀਲ ਜ਼ਰੂਰ ਹੈ ਕਿ ਉਹਨਾਂ ਦਾ ਸਭ ਕੁਝ ਦੇਖਦੇ ਹੋਏ ਉਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਜਾਂ ਪਦਮ ਵਿਭੂਸ਼ਣ ਲਈ ਉਹਨਾਂ ਨੂੰ ਕੰਸੀਡਰ ਕੀਤਾ ਜਾਏ, ਅਤੇ ਜੇ ਹੋ ਸਕੇ ਤਾਂ ਉਹਨਾਂ ਨੂੰ ਇਹਨਾਂ 'ਚੋਂ ਇੱਕ ਸਨਮਾਨ ਜ਼ਰੂਰ ਦਿੱਤਾ ਜਾਏ, ਕਿਉਂਕਿ ਉਹ ਡਿਜ਼ਰਵਿੰਗ ਨੇ। ਪੰਜਾਬ ਸਰਕਾਰ ਨਾਲ ਵੀ ਗਿੱਲ ਸਾਹਿਬ ਗੱਲ ਕਰਦੇ ਹੁੰਦੇ ਸੀਗੇ, ਪੰਜਾਬ ਸਰਕਾਰ ਥੋੜ੍ਹਾ ਜਿਹਾ ਗਿਲਾ ਵੀ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਨਹੀਂ ਕੋਈ ਉਸ ਲੈਵਲ 'ਤੇ ਮਿਲਿਆ ਸੀਗਾ, ਇਸ ਤਰ੍ਹਾਂ ਦੀ ਵੀ ਗੱਲ ਗਿਲਾ ਸੀਗਾ, ਸਾਨੂੰ ਵੀ ਹੈਗਾ,
ਉਹ ਤਾਂ ਚਲੋ ਗਿਲਾ ਨਾਲ ਹੀ ਲੈ ਕੇ ਚਲੇ ਗਏ। ਤੇ ਉਸ ਅੱਜ ਅਸੀਂ ਸ਼ਰੇਆਮ ਮਤਲਬ ਕਹਾਂਗੇ, ਤੁਹਾਡੇ ਸਾਹਮਣੇ ਕਹਾਂਗੇ, ਸਭ ਦੇ ਸਾਹਮਣੇ ਕਹਾਂਗੇ, ਪੰਜਾਬ ਸਰਕਾਰਾਂ, ਸਰਕਾਰ ਨਹੀਂ ਸਰਕਾਰਾਂ 1999 90 ਤੋਂ ਲੈ ਕੇ 2019 ਤੱਕ ਜਦੋਂ ਉਹ ਪੂਰੇ ਹੋਏ ਨੇ, ਜਿੰਨੀਆਂ ਵੀ ਸਰਕਾਰਾਂ ਆਈਆਂ ਤੇ ਗਈਆਂ, ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ। ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਕੌਣ ਹੋ, ਜਾਂ ਆਓ ਤੁਹਾਨੂੰ ਅਸੀਂ ਇੱਕ ਸਨਮਾਨ ਦੇ ਦਈਏ, ਜਾਂ ਤੁਹਾਡਾ ਨਾਮ ਕਿਧਰੇ ਆ ਜਾਏ, ਤੁਹਾਨੂੰ ਕਿਸੇ ਡਿਜ਼ਾਸਟਰ ਮੈਨੇਜਮੈਂਟ ਕਮੇਟੀ 'ਚ ਅਸੀਂ ਮੈਂਬਰ ਬਣਾ ਲਈਏ, ਤੁਹਾਨੂੰ ਸਟੇਟ ਲੈਵਲ ਕਮੇਟੀ ਦੇ ਦਈਏ, ਤੁਹਾਨੂੰ ਅਸੀਂ ਕੁਝ ਮਾਣ ਸਨਮਾਨ ਦੇ। ਇਹ ਕਿਹੜਾ ਕੋਈ ਪੈਸਾ ਮੰਗ ਰਹੇ ਸੀ? ਇਹਨਾਂ ਨੇ ਕੋਈ ਜ਼ਮੀਨ ਥੋੜ੍ਹਾ ਮੰਗੀ ਕਿਸੇ ਤੋਂ। ਇਹ ਸਿਰਫ ਇੱਕੋ ਚੀਜ਼ ਅਸੀਂ ਮੰਗਦੇ ਸੀ ਕਿ ਮੈਨੂੰ ਇੱਕ ਸਨਮਾਨ ਮਿਲਣਾ ਚਾਹੀਦਾ ਆਪਣੀ ਸਟੇਟ ਵਿੱਚ, ਜਿੱਥੇ ਮੈਂ ਜੋ ਜੰਮਿਆ, ਜਿੱਥੇ ਮੈਂ ਵੱਡਾ ਹੋਇਆ, ਜਿੱਥੇ ਮੈਂ 22 ਸਾਲ ਦਾ ਖਾਲਸਾ ਕਾਲਜ ਸਾਰਾ ਪੜ੍ਹ ਕੇ BSc ਨੋਨ ਮੈਡੀਕਲ ਕਰਕੇ ਖਾਲਸਾ ਕਾਲਜ ਤੋਂ ਮੈਂ ਨਿਕਲਿਆ। 2 ਸਾਲ ਫਿਰ ਮੈਂ ਇੱਥੇ ਰਿਹਾ, ਫਿਰ ਉਸ ਤੋਂ ਬਾਅਦ ਮੈਂ ਸਟੇਟ ਛੱਡ ਕੇ ਗਿਆ, ਅਤੇ ਵਾਪਸ ਰਿਟਾਇਰ ਹੋਣ ਤੋਂ ਬਾਅਦ ਮੈਂ ਫਿਰ ਆਪਣੇ ਉੱਥੇ ਵਾਪਸ ਆ ਗਿਆ। ਇੱਕ ਜਨਮ ਭੂਮੀ ਜਿਹੜੀ ਮੇਰੀ ਹੈ ਉਹ ਮੈਂ ਨਹੀਂ ਛੱਡੀ, ਕਰਮ ਭੂਮੀ ਮੈਂ ਛੱਡ ਕੇ ਆ ਗਿਆ, ਕਿਉਂਕਿ ਕਰਮ ਜਿੰਨੇ ਸਾਲ ਮੈਂ ਕਰਨੇ ਸੀ ਮੈਂ ਕਰ ਲਏ, ਲੇਕਿਨ ਜਨਮ ਭੂਮੀ ਮੈਂ ਹਲੇ ਅਖੀਰ ਤੱਕ ਜਨਮ ਭੂਮੀ ਨਹੀਂ ਛੱਡੀ। ਲੇਕਿਨ ਮੇਰੀ ਜਨਮ ਭੂਮੀ ਨੇ, ਜਿਹੜੇ ਇੱਥੋਂ ਦੇ ਸਿਰਮੌਰ ਨੇ, ਜਿਹੜੇ ਇੱਥੇ ਵੱਡੇ ਉਸ ਟਾਈਮ ਸੀਗੇ, ਅੱਜ ਵੀ ਹੈਗੇ, ਉਹਨਾਂ ਨੇ ਮੈਨੂੰ ਨਹੀਂ ਪੁੱਛਿਆ, ਅਤੇ ਇਸ ਗੱਲ ਦਾ ਗਿਲਾ ਬਹੁਤ ਸੀਗਾ ਉਹਨਾਂ ਨੂੰ। ਮੈਂ ਜਾਣਨਾ ਚਾਹੁੰਦਾ, ਜਿਹੜੀ 2017 'ਚ ਫਿਲਮ ਬਣਨ ਦੀ ਗੱਲ ਹੋਈ, ਅਪਰੋਚ ਉਹਨਾਂ ਵੱਲੋਂ ਹੋਈ ਸੀਗੀ? ਕਹਾਣੀ ਸਾਰੀ ਗਿੱਲ ਸਾਹਿਬ ਨੇ ਆਪਣੇ ਜੋ ਸੀਗੀ ਆਪਣੇ ਮੂੰਹ ਹੀ ਦੱਸੀ ਸੀਗੀ ਸਾਰੀ? ਹਾਂਜੀ, 2017 'ਚ ਨਾ ਫੈਬਰਵਰੀ ਮਾਰਚ ਦੀ ਗੱਲ ਹੈ ਕਿ ਉਹਨਾਂ ਨੂੰ ਫੋਨ ਆਇਆ ਸੀ 80 ਨੂੰ ਦਸਾਈ ਜਿਹੜੇ ਡਾਇਰੈਕਟਰ ਨੇ, ਅਤੇ ਪਹਿਲਾਂ ਤਾਂ ਉਹਨਾਂ ਨੂੰ ਐਂ ਲੱਗਿਆ ਕਿ ਸ਼ਾਇਦ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ। ਫਿਰ ਉਹ ਹੌਲੀ ਹੌਲੀ ਗੱਲ ਜਿਵੇਂ ਫਨ ਅੱਗੇ ਚੱਲਦੀ ਰਹੀ, ਫਿਰ ਉਹ ਟੀਮ ਆ ਗਈ ਉੱਥੋਂ, ਅਤੇ 2017 'ਚ ਇੱਥੇ ਅੰਮ੍ਰਿਤਸਰ ਆਏ, ਅਤੇ ਆਲਮੋਸਟ 8-9 ਦਿਨ ਰਹੇ, ਜਿਹਦੇ 'ਚ ਉਹਨਾਂ ਨੇ ਕਿ ਸਵੇਰੇ 9 ਵਜੇ ਪਾਪਾ ਨੂੰ ਲੈ ਜਾਣਾ, ਸਾਰਾ ਦਿਨ ਆਪਣੇ ਕੋਲ ਰੱਖਣਾ, ਸ਼ਾਮ ਨੂੰ ਵਾਪਸ। ਕਿਉਂ? ਉਹਨਾਂ ਨੇ ਬਸ ਇਹ ਸਟੋਰੀ ਦੇ ਬਾਰੇ ਹਰ ਚੀਜ਼, ਹਰ ਐਂਗਲ, ਹਰ ਚੀਜ਼, ਮਤਲਬ ਉਹਨਾਂ ਨੇ 2017 ਤੋਂ ਲੈ ਕੇ 2019 ਤੱਕ, ਇਹਨਾਂ ਦੇ ਪੂਰੇ ਹੋਣ ਤੱਕ, ਨਾ ਸਿਰਫ ਉਹ ਐਕਸੀਡੈਂਟ, ਬਟ ਕਿ ਇਹਨਾਂ ਦੀ ਲਾਈਫ ਜਿਸ ਦਿਨ ਤੋਂ ਇਹਨਾਂ ਨੂੰ ਯਾਦ ਹੈ ਆਪਣੀ ਲਾਈਫ ਤੋਂ ਐਂਡ ਤੱਕ ਉਹਨਾਂ ਨੇ ਸਭ ਕੁਝ ਪਤਾ ਕਰ ਲਿਆ। ਅੱਜ ਉਹਨਾਂ ਕੋਲ 400 ਘੰਟੇ ਦੀਆਂ ਬਾਈਟਸ ਨੇ, ਇਹਨਾਂ ਦੀਆਂ ਵੀਡੀਓ ਬਾਈਟਸ, ਜਿਹਦੇ 'ਚ ਹਰ ਚੀਜ਼ ਹੈਗੀ। ਕੱਲ੍ਹ ਨੂੰ ਅਗਰ ਇਹਨਾਂ ਦੀ ਇੱਕ ਇੰਡੀਵਿਜੂਅਲ ਬਾਇਓਪਿਕ ਬਣਾਉਣਾ ਚਾਹਣ ਤਾਂ ਉਹਦੇ ਲਈ ਹਰ ਮੈਟਰ ਉਹਨਾਂ ਕੋਲ ਰੈਡੀ ਹੈਗਾ। ਤਾਂ ਜਿਹੜੀ ਫਿਲਮ ਜਿਹੜੀ ਰਿਲੀਜ਼ ਹੋ ਰਹੀ ਆ, ਤੁਹਾਨੂੰ ਦੱਸਤੀ ਸੀ ਉਹਨਾਂ ਨੇ? ਲਾਸਟ ਕਦੋਂ ਗੱਲ ਹੋਈ ਉਹਨਾਂ ਨੇ ਟੀਮ ਦੱਸਾਈ? ਟੀਨੂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਬਾਕੀ ਜਿਹੜਾ ਸਾਨੂੰ ਪਤਾ ਚੱਲਦਾ ਰਹਿੰਦਾ ਸੀ, ਹਮੇਸ਼ਾ ਸਾਡੇ ਇਨ ਟੱਚ ਰਹੇ ਨੇ, ਕਿਉਂਕਿ ਫੈਮਿਲੀ ਨੂੰ ਜਦੋਂ ਉਹ ਗਏ ਨੇ ਉਸ ਤੋਂ ਬਾਅਦ ਫਿਰ ਫੈਮਿਲੀ ਨਾਲ ਉਹਨਾਂ ਦਾ ਇੱਕ ਫਰਜ਼ ਆਪਣਾ ਉਹਨਾਂ ਨੇ ਸਮਝਿਆ ਕਿ ਅਸੀਂ ਜੋ ਵੀ ਕਰ ਰਹੇ ਹਾਂ ਅਸੀਂ ਫੈਮਿਲੀ ਨੂੰ ਦੱਸ ਕੇ ਕਰੀਏ। ਅਤੇ ਜਦੋਂ ਵੀ ਕੋਈ ਨਾਮ ਸੀਗਾ, ਜਿਵੇਂ ਕੈਪਸੂਲ ਗਿੱਲ ਸਭ ਤੋਂ ਪਹਿਲਾਂ ਸੀ, ਨਾਮ ਦੇ ਉੱਤੇ ਵੀ ਉਹਨੇ 2-3 ਨਾਮ ਸਾਹਮਣੇ ਆਏ। ਕੈਪਸੂਲ ਗਿੱਲ ਬੜਾ ਸਾਰਿਆਂ ਨੇ ਪਸੰਦ ਕੀਤਾ ਸੀਗਾ ਕਿ ਅੰਮ੍ਰਿਤਸਰ ਦੇ ਨੇ, ਸਾਰੇ ਜਾਣਦੇ ਨੇ, ਇਸ ਨਾਮ ਤੇ ਬੰਦੀ। ਕੈਪਸੂਲ ਗਿੱਲ ਪਸੰਦ ਜ਼ਰੂਰ ਸੀ, ਤੁਹਾਨੂੰ ਮੈਨੂੰ ਸਾਰਿਆਂ ਨੂੰ ਪਸੰਦ ਸੀ, ਲੇਕਿਨ ਉਹਦੇ 'ਚ ਸ਼ਾਇਦ ਇੱਕ ਯੂਨੀਵਰਸਲ ਅਪੀਲ ਨਹੀਂ ਸੀ, ਕਿਉਂਕਿ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਕੈਪਸੂਲ ਗਿੱਲ ਦਾ ਕੀ ਮਤਲਬ ਹੈ। ਫਿਰ ਉਹਨਾਂ ਨੇ ਉਹਨੂੰ ਚੇਂਜ ਕਰਕੇ ਕੀਤਾ ਦ ਗ੍ਰੇਟ ਇੰਡੀਅਨ ਰੈਸਕਿਊ। ਹੁਣ ਇਹ ਬੜਾ ਅੱਛਾ ਨਾਮ ਸੀ, ਇੰਟਰਨੈਸ਼ਨਲ ਇੰਡੀਅਨ ਵਰਡ ਆ ਗਿਆ, ਇੰਟਰਨੈਸ਼ਨਲ ਅਪੀਲ ਹੋ ਗਈ। ਫਿਰ ਲਾਸਟ ਮੋਮੈਂਟ 'ਤੇ ਉਹਦਾ ਨਾਮ ਚੇਂਜ ਹੋਇਆ ਮਿਸ਼ਨ ਰਾਣੀਗੰਜ, ਅਤੇ ਰਾਣੀਗੰਜ ਉਹ ਏਰੀਆ ਜਿੱਥੇ ਉਹ ਐਕਸੀਡੈਂਟ ਹੋਇਆ, ਉੱਥੋਂ ਦਾ ਇੱਕ ਮਿਸ਼ਨ ਹੈ, ਦ ਫਸਟ ਮਿਸ਼ਨ ਆਫ ਕੋਲ ਇੰਡੀਆ, ਜਿਹਦੇ 'ਚ ਇੱਕ ਸਕਸੈਸਫੁਲ ਅਤੇ ਬਹੁਤ ਵੱਡੀ ਰੈਸਕਿਊ ਕੀਤੀ ਗਈ। ਅਤੇ ਦੇਖੋ, ਨਾਮ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ, ਨਾਮ ਜੋ ਮਰਜ਼ੀ ਹੋਏ ਪਿਕਚਰ ਦਾ। ਇਹ ਹੈ ਕਿ ਇਹ ਪਿਕਚਰ ਦਾ ਕੰਟੈਂਟ ਇੰਨਾ ਸਟਰੋਂਗ ਹੈ ਕਿ ਇਹ ਹਰ ਬੰਦੇ ਨੂੰ ਇੱਕ ਵਾਰ ਦੇਖਣੀ ਚਾਹੀਦੀ ਹੈ, ਜ਼ਰੂਰ ਦੇਖਣੀ ਚਾਹੀਦੀ ਹੈ। ਅਤੇ ਇਹਦੇ 'ਚ ਬਹੁਤ ਕੁਝ ਦੇਖਣ ਕੀ ਇਸ ਦੇ ਵਿੱਚ ਕੀ ਤੁਸੀਂ ਸਮਝਦੇ ਕਿ ਲੋਕਾਂ ਦੇ ਵਿੱਚ ਮੈਸੇਜ ਹੈਗਾ, ਅਪੀਲ ਕੀ ਹੈ? ਅਪੀਲ ਦੇਖੋ ਇਹ ਹੈ ਕਿ ਇਹ ਪਿਕਚਰ ਤੁਸੀਂ ਜ਼ਰੂਰ ਇੱਕ ਵਾਰ ਦੇਖੋ, ਆਪਣੇ ਬੱਚਿਆਂ ਨਾਲ ਦੇਖੋ। ਕਿਉਂ? ਕਿਉਂਕਿ ਇਹ ਤੁਹਾਡੇ ਬੱਚਿਆਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਇਹਦੇ 'ਚ ਬਹੁਤ ਵੱਡੀ ਪ੍ਰੇਰਨਾ ਮਿਲੇਗੀ ਕਿ ਜਦੋਂ ਵੀ ਕੋਈ ਆਪਣਾ ਨਾਲ ਦਾ ਇਨਸਾਨ ਕਿਸੇ ਖਤਰੇ 'ਚ ਪ੍ਰੋਬਲਮ 'ਚ ਹੋਏ, ਅਤੇ ਉਸ ਟਾਈਮ ਤੁਹਾਨੂੰ ਆਪਣਾ ਪਨ ਛੱਡ ਕੇ ਆਪਣੀ ਲਾਈਫ, ਆਪਣਾ ਕਈ ਵਾਰ ਜਾਨ ਵੀ ਜੋਖਮ 'ਚ ਪਾਣੀ ਪੈਂਦੀ ਹੈ। ਅਤੇ ਵੈਸੇ ਵੀ ਜਨਰਲੀ ਵੀ ਤੁਸੀਂ ਕੋਸ਼ਿਸ਼ ਕਰੋ ਕਿ ਅਗਰ ਕੋਈ ਪ੍ਰੋਬਲਮ 'ਚ ਹੈਗਾ, ਤੁਸੀਂ ਉਹਦੀ ਅਗਰ ਕੋਈ ਵੀ ਹੈਲਪ ਕਰ ਸਕਦੇ ਹੋ ਤਾਂ ਪਿੱਛੇ ਨਾ ਹਟੋ, ਇੱਕ ਸਟੈਪ ਅੱਗੇ ਹੋ ਕੇ ਉਸੇ ਟਾਈਮ ਕੋਸ਼ਿਸ਼ ਕਰੋ ਕਿ ਮੈਂ ਕਿਸੇ ਦੀ ਹੈਲਪ ਕਰਾਂ। ਅਤੇ ਉਸ ਚੀਜ਼ ਨੂੰ ਹੋ ਸਕਦਾ ਤੁਹਾਨੂੰ ਕੁਛ ਨਾ ਮਿਲੇ, ਕਿਉਂਕਿ ਜਿਹੜੇ ਹੀਰੋ ਹੁੰਦੇ ਨਾ, ਉਹ ਕਦੇ ਇਹ ਨਹੀਂ ਸੋਚਦੇ ਕਿ ਮੈਨੂੰ ਕੁਛ ਮਿਲੇਗਾ। ਉਹਨਾਂ ਨੂੰ ਉਸ ਟਾਈਮ ਸਿਰਫ ਕਰਨਾ ਹੁੰਦਾ, ਮਿਲਣਾ ਬੜਾ ਕੁਝ ਬਾਅਦ 'ਚ ਮਿਲਦਾ। ਜਿਹੜੀ ਮੈਂ ਲਾਸਟ 'ਤੇ ਹੁੰਦਾ, ਕੱਲ੍ਹ ਟ੍ਰੇਲਰ ਰਿਲੀਜ਼ ਹੋਇਆ, ਬੜਾ ਇਮੋਸ਼ਨਲ ਜੀ ਮੂਵਮੈਂਟ ਸੀ ਤੁਹਾਡੇ ਲਈ। ਗਿੱਲ ਸਾਹਿਬ ਚਾਹੁੰਦੇ ਸੀ ਕਿ 2017 ਤੋਂ, ਚਲੋ ਪਤਾ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ,
ਛੇਤੀ ਬਣ ਜਾਂਦੀ ਫਿਲਮ ਤੇ ਚਲੋ ਉਹ ਵੀ ਦੇਖ ਪਾਉਂਦੇ, ਇਸ ਤਰ੍ਹਾਂ ਦਾ ਮਨ ਦੇ ਵਿੱਚ ਤੁਸੀਂ ਕੀ ਕਹਿਣਾ? ਤੁਸੀਂ ਪਹਿਲਾਂ ਵੀ ਉਹਨਾਂ ਦੀ ਕਾਫੀ ਇੰਟਰਵਿਊਜ਼ ਲਿੱਤੀਆਂ, ਬੜੇ ਚੈਨਲਸ ਉਹਨਾਂ ਨੇ ਇੰਟਰਵਿਊ ਨੈਸ਼ਨਲ ਇੰਟਰਨੈਸ਼ਨਲ ਨਾ, ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਗਿੱਲ ਸਾਹਿਬ ਤੁਸੀਂ ਬੜਾ ਵੱਡਾ ਕੰਮ ਕੀਤਾ ਸੀ, ਉਹਨਾਂ ਕਹਿਣਾ ਮੈਂ ਕਿਹਾ ਯਾਰ ਮੈਂ ਕੀ ਕੀਤਾ, ਮੈਂ ਤਾਂ ਕੀਤਾ ਹੀ ਕੁਛ ਨਹੀਂ। ਉਹਨਾਂ ਦੀ ਹਮੇਸ਼ਾ ਇੱਕ ਸੈਂਟੈਂਸ ਹੁੰਦਾ ਸੀ ਮੈਂ ਕੀ ਕੀਤਾ, ਮੈਂ ਕੁਛ ਨਹੀਂ ਕੀਤਾ। ਲੇਕਿਨ ਜਦੋਂ ਪਿਕਚਰ ਦੀ ਗੱਲ ਆਈ ਨਾ, ਉਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਗਿੱਲ ਸਾਹਿਬ ਪਿਕਚਰ ਆ ਰਹੀ ਹੈ ਕੈਸਾ ਲੱਗ ਰਿਹਾ, ਕਹਿੰਦੇ ਬੜੀ ਖੁਸ਼ੀ ਹੈ। ਦੇਖੋ ਉਹ ਐਸੇ ਬੰਦੇ ਸੀ ਜੋ ਕਦੇ ਆਪਣੇ ਝੂਠਾ ਇਮੋਸ਼ਨ ਨਹੀਂ ਸੀ ਸ਼ੋਅ ਕਰਦੇ, ਉਹਨਾਂ ਨੂੰ ਖੁਸ਼ੀ ਸੀਗੀ ਕਿ ਮੈਂ ਇੱਕ ਇੰਡੀਵਿਜੂਅਲ ਹਾਂ। ਆਫਟਰ ਆਲ ਹਰ ਬੰਦੇ ਨੂੰ ਇਸ ਚੀਜ਼ ਦੀ ਹੁੰਦੀ ਹੈ ਕਿ ਬਈ ਮੇਰੇ 'ਤੇ ਪਿਕਚਰ ਆ ਰਹੀ ਹੈ, ਮੇਰੀ ਫੈਮਿਲੀ ਉਹਦੇ 'ਚ ਸਾਰਿਆਂ ਨੂੰ ਦੁਨੀਆ ਨੂੰ ਪਤਾ ਚੱਲੇਗਾ ਮੇਰੀ ਫੈਮਿਲੀ ਕੌਣ ਹੈ, ਮੇਰੇ ਫਾਦਰ ਮਦਰ ਕੌਣ ਸੀ, ਮੇਰੇ ਭਰਾ ਭੈਣ ਕੌਣ ਨੇ, ਮੇਰੇ ਬੱਚੇ ਕੌਣ ਨੇ, ਬਾਕੀ ਦੁਨੀਆ 'ਚ ਮੈਸੇਜ ਜਾਏਗਾ ਕਿ ਇੰਝ ਤੁਸੀਂ ਕਿਸੇ ਨੂੰ ਹੈਲਪ ਕਰੋ ਅਤੇ ਅੱਗੇ ਬੜਾ ਕੁਝ ਮਿਲਦਾ, ਮਾਣ ਮਿਲਦਾ, ਸਨਮਾਨ ਮਿਲਦਾ, ਪਿਕਚਰ ਬਣਦੀ ਹੈ। ਅਤੇ ਇਸ ਚੀਜ਼ ਨੂੰ ਪ੍ਰੇਰਨਾ ਸਰੋਤ ਉਹਨਾਂ ਨੂੰ ਸੀਗਾ ਕਿ ਇਹ ਬਣ ਰਹੀ ਹੈ ਮੇਰੇ ਉੱਤੇ, ਕਿ ਹਾਲਾਂਕਿ ਇਹ ਪਿਕਚਰ ਇੱਕ ਜਿਹੜਾ ਐਡਾ ਵੱਡਾ ਰੈਸਕਿਊ ਆਪਰੇਸ਼ਨ ਹੁੰਦਾ ਕਿਸੇ ਇੱਕ 1% 'ਤੇ ਨਹੀਂ ਹੁੰਦਾ, ਅਤੇ ਇਹ ਇੱਕ ਕੰਬਾਈਨਡ ਐਫਰਟ ਹੁੰਦਾ। ਲੇਕਿਨ ਕਈ ਥਾਵਾਂ 'ਤੇ ਇੱਕ ਬੰਦਾ ਇੰਨਾ ਐਕਸਟਰਾ ਆਰਡੀਨਰੀ ਕੰਮ ਕਰਕੇ ਚਲਾ ਜਾਂਦਾ ਕਿ ਉਹਦਾ ਹੀਰੋ ਬਣ ਜਾਂਦਾ, ਉਹਦੀ ਮਿਸਾਲ ਬਣ ਜਾਂਦੀ। ਡਾਕਟਰ ਸਾਹਿਬ ਇਸ ਵਾਰ ਅਕਸ਼ੇ ਕੁਮਾਰ ਉਹਨਾਂ ਨਾਲ ਹੋਈ ਮੁਲਾਕਾਤ ਜਾਂ ਅਕਸ਼ੇ ਕੁਮਾਰ ਮਿਲੇ ਸੀ ਪਰਿਵਾਰ? ਪਾਪਾ ਨੂੰ ਮਿਲੇ, ਮੈਨੂੰ ਨਹੀਂ ਮਿਲੇ। ਚਲੋ ਤਾਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਗਿੱਲ ਸਾਹਿਬ ਨੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ, ਪੂਰੇ ਭਾਰਤ ਵਾਸੀਆਂ ਨੂੰ, ਬਹੁਤਿਆਂ ਨੂੰ ਉਹਨਾਂ ਦੀ ਸਟੋਰੀ ਦਾ ਪਤਾ ਹੈ, ਅਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਇਸ ਫਿਲਮ ਦੇ ਜ਼ਰੀਏ ਉਹਨਾਂ ਨੂੰ ਇੱਕ ਉਹ ਕਹਾਣੀ ਪਤਾ ਚੱਲੇਗੀ ਕਿ ਗ੍ਰੇਟ ਇੰਡੀਅਨ ਰੈਸਕਿਊ ਕਿਵੇਂ ਕੀਤਾ ਗਿਆ ਸੀ। ਗਿੱਲ ਸਾਹਿਬ ਦੀ ਮੈਂ ਪਹਿਲਾਂ ਵੀ ਕਈ ਵਾਰੀ ਇੰਟਰਵਿਊ ਕਰ ਚੁੱਕਾ, ਔਰ ਜੋ ਡਾਕਟਰ ਸਾਹਿਬ ਨੇ ਸ਼ਬਦ ਕੱਲੇ ਦੱਸੇ ਨੇ, ਡਾਕਟਰ ਸਾਹਿਬ ਦੇ ਮੂੰਹ ਮੈਂ ਇਹ ਸ਼ਬਦ ਕਈ ਵਾਰੀ ਸੁਣੇ ਨੇ, ਔਰ ਹਰ ਵਾਰ ਸੁਣਦਿਆਂ ਹੀ ਰੌਂਗਟੇ ਇਸ ਕਹਾਣੀ ਬੜੇ ਜਿਹੜੇ ਸੀ ਖੜੇ ਹੋ ਜਾਂਦੇ ਸੀ ਕਿ ਕਿਵੇਂ ਇੱਕ ਮਿਸ਼ਨ ਜਿਹੜਾ ਇਸ ਨੂੰ ਉਹਨਾਂ ਨੇ ਨੇਪਰੇ ਚਾੜਿਆ। ਤਾਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਫਿਲਮ ਹੈ ਜਿਹੜੀ ਇੱਕ ਲੋਕਾਂ ਨੂੰ ਇੱਕ ਜਿਹੜੀ ਇਹ ਜਾਗਰੂਕ ਕਰੇਗੀ, ਲੋਕਾਂ ਦੇ ਬੱਚਿਆਂ ਦੇ ਵਿੱਚ ਇੱਕ ਭਾਵਨਾ ਨੂੰ ਪੈਦਾ ਕਰੇਗੀ ਕਿ ਕਿਵੇਂ ਆਪਣਿਆਂ ਦੇ ਨਾਲ ਖੜਨਾ ਹੈ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ TV, ਅੰਮ੍ਰਿਤਸਰ।